ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਤਾਬ ਖਾਲਿਸਤਾਨ ਉਸਦਾ ਸੰਕਲਪ ਅਤੇ ਪ੍ਰਣਾਲੀ, ਭਾਗ 9ਵਾਂ, ਪੰਨਾ ਨੰਬਰ 243। ਜਥੇਬੰਦੀ ਦਾ ਪ੍ਰਭੂਤਾ ਧਾਰੀ ਰਾਸ਼ਟਰੀ ਸੰਕਲਪ। ਗੁਰੂ ਸਾਹਿਬ ਆਰੰਭ ਤੋਂ ਹੀ ਸਿੱਖਾਂ ਵਿੱਚ ਰਹਿਤ ਮਰਿਆਦਿਤ ਜੀਵਨ, ਕਿਰਤ, ਨਾਮ ਜਪਣਾ, ਸਿੱਖਾਂ ਵਿੱਚ ਵੰਡ ਛਕਣਾ, ਸੰਗਤ, ਪੰਗਤ, ਲੰਗਰ ਦੇ ਨਾਲ ਹੀ ਨਾਲ ਵਿਵੇਕ, ਬੁੱਧ, ਇਤਫਾਕ, ਭਰੋਸਾ, ਅਨੁਸ਼ਾਸਨ, ਸੁਤੰਤਰਤਾ, ਵਿਸ਼ਵਾਸ ਅਤੇ ਇੱਕ ਦੂਜੇ ਪ੍ਰਤੀ ਸਤਿਕਾਰ ਨਾਲ ਸਰਬੱਤ ਦੇ ਭਲੇ ਅਤੇ ਖਾਲਸੇ ਦੇ ਬੋਲ ਬਾਲੇ ਹਿੱਤ ਜਥੇਬੰਦੀ ਦੀ ਮਜ਼ਬੂਤੀ 'ਤੇ ਬਹੁਤ ਹੀ ਜ਼ਿਆਦਾ ਧਿਆਨ ਦਿੰਦੇ ਰਹੇ ਹਨ, ਜੋ ਵਿਕਾਸ ਦਾ ਇੱਕ ਸਿਲਸਿਲੇਵਾਰ ਪੈਂਡਾ ਤੈਅ ਕਰਦੀ ਹੋਈ ਗੁਰੂ ਨਾਨਕ ਸਾਹਿਬ ਦੀ ਪੰਥ ਰੂਪੀ ਥਾਪੀ ਸੰਗਤ, ਧਰਮਸਾਲ ਤੋਂ ਹੁੰਦੀ ਹੋਈ ਪੰਗਤ, ਮੰਜੀਆਂ, ਮਸੰਦ, ਖਾਲਸਾ ਤੇ ਫਿਰ ਇੱਕ ਮਿੱਥੇ ਅਕਾਲੀ ਸਿਧਾਂਤ ਦੇ ਸੰਵਿਧਾਨ ਵਿੱਚ ਪੰਜ ਪਿਆਰਿਆਂ ਰੂਪੀ ਗੁਰਪੰਥ ਦੇ ਸਾਖਸ਼ਾਤ ਰੂਪ ਵਿੱਚ ਸਿੱਖ ਕੌਮ ਨੂੰ ਹਾਸਲ ਹੋਈ ਹੈ। ਇਸ ਜਥੇਬੰਦੀ ਦੇ ਪ੍ਰਤੇਕ ਕਰਮ ਬਾਰੇ ਭਾਈ ਚੌਪਾ ਸਿੰਘ ਜੀ ਜਥੇਬੰਦਕ ਬਣਤਰ ਅੰਦਰ ਅੱਡਰੀ ਅਤੇ ਵਿਲੱਖਣ ਹੋਂਦ ਦਾ ਚਿੱਤਰਣ ਆਪਣੇ ਰਹਿਤਨਾਮੇ ਵਿੱਚ ਬੜੀ ਹੀ ਮਿਕਨਾਤੀਸੀ ਨਾਲ ਖੁਰਦਬੀਨੀ ਵਿਸਥਾਰ ਸਹਿਤ ਲਿਖਦੇ ਹਨ, ਜਿਸ ਦੇ ਅੱਖਰ ਅੱਖਰ ਤੇ ਠਰਮੇ ਨਾਲ ਸਹਿਜ ਨਾਲ ਵਿਵੇਕੀ ਹੋ ਕੇ ਵਿਚਾਰ ਕਰ ਅਪਣਾਉਣ ਦੀ ਲੋੜ ਹੈ। ਇਸ ਤੋਂ ਸਾਨੂੰ ਪੰਥ ਦੀ ਪੰਥਕ ਬਣਤਰ ਦਾ ਹਕੀਕੀ ਪਹਿਲੂ ਅਤੇ ਰੂਪ ਪ੍ਰਾਪਤ ਹੁੰਦਾ ਹੈ। ਆਓ ਗੌਰ ਨਾਲ ਵਾਚੀਏ। ਭਾਈ ਸਾਹਿਬ ਲਿਖਦੇ ਹਨ, ਗੁਰੂ ਕਾ ਸਿੱਖ ਕੇਸਾਂ ਦੇ ਅਹੰਕਾਰ ਕਰ ਸਿੱਖੀ ਨਾ ਗਵਾਵੇ, ਕੇਸ ਬਾਹਰ ਦੀ ਨਿਸ਼ਾਨੀ ਹੈ ਸਿੱਖੀ ਦੀ। ਸਿੱਖੀ केसा श्वासा की, चर्चा शब्द का, फल संगत का, बीज कर्मा का, विचार गुरमत का, किरत धर्म की, हथियार जत का, वाक सत का, भाग पूरब का, जस तेग का, पूजा अकाल की, पूजा शस्त्र की, साख पुण्य की, खुशबोई सिक्खी की, शोभा सेवा की, शीरी बचन की, लाज लैन की, हियायो अखी की, रहना हजूरी का, मनना कुल का, हुक्म गुरु का, सेवकी सिक्खी की, आज्ञा ग्रंथ की, दीदार खालसे का, जागना हर जस का, इशनान केसां का, रहत हृदय की, विवेक मनन का, सेवा सिख की, सिख गुरु का, प्रीत गुर भाई की, टहल माता पिता की, भाव अंदर का, वंड खाना हौंदे दा, चितवना भलियाई दा, मारना पापां दा, वरतन जुगत दी, अमल प्रसादे दा, प्रसाद कड़ाह का, जुद्ध जुटे का, बल शब्द का, वादा धर्म का, नाता सिक्खी का, तृष्णा भजन की। गुरु का सिख बेदोशे नूं दोष ना लगाए, गुरु का सिख नीच कर्म ना सिखे, कुसंगत ना करे, जड़ अचेत ना होवे। गुरु दे सिख सिखां नूं आदर देण, जे रुठा होवे तां मनाए लेना। गुरु का सिख चंगा कोई सरदार बनिया चाहे तां सिखां दी टहल करे। गुरु का सिख होए कै सिख उपर सट ना करे। सिख दे हथ कीए नरक प्राप्त हुंदा है, जो कुल हत्या है सो भारी है। एक गोत्र कुल है, एक गुरु कुल है। गुरु का सिख किरत दे नफे विचों दसवंध गुरु का देवे, गुरु के अर्थ लगाए। गुरु का सिख आपको भाई महंत ना लिखाए, कपटी ना होवे। इस मान वडियाई ने मसंदा दा नाश किया है, साख ग्रंथ साहिब दी, वडिया हथ दलाल के, मुसफी ए करे। भाई गुरु ग्रंथ साहिब दी साख नाल रहत सिक्खी दी बनावो, जो सिख सिख दी पग ते हथ पावे और लड़े, केसां नूं हथ पाए, हथों पाई लड़ाई करे, दाड़े हथ पाए, सिखां दे काम विच ठल पाए, अड़ी करे सो तनखाइया। जो सिख सिख नूं जान बूझ के कैद कराए, लुटाए मरवाए सो दलत जानना। गुरु के सिख ऐसे नाल ना वरतन, बेमुख तनखाइया। जो सिख नाल अंदरों होर बाहरों होर मंदा करेगा, सो गुरु का चोर तनखाइया। गुरु का सिख विचार विच बीजै, साख कलर खेती बीजी है, क्यों लाहा पावै। ਇਹ ਜੋ ਬਚਨ ਵਿਚਾਰ ਕਰਕੇ ਸਿੱਖਾਂ ਦੀ ਮਰਜ਼ੀ ਨਾਲ
ਆਗਿਆ ਗੁਰੂ ਜੀ ਦੀ ਨਾਲ ਲਿਖੇ ਹਨ, ਜਗਤ ਨੂੰ ਨਹੀਂ ਆਖੇ ਸੋ ਸਿੱਖਾਂ ਨੂੰ ਆਖੇ ਹੈ। ਇਹਨਾਂ ਬਚਨਾਂ ਸੰਬੰਧੀ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹ ਸ਼ਬਦ ਸਿਰਫ ਤੇ ਸਿਰਫ ਸਿੱਖ ਨਿਮਿਤ ਹੀ ਕਹੇ ਹਨ। ਪੰਥ ਦੇ ਪ੍ਰਤੇਕ ਖੇਤਰ ਵਿੱਚ ਆਚਰਨ ਦੀ ਸ਼ੁੱਧਤਾ ਦਾ ਮਾਪਦੰਡ ਸਰਬੋਪਰੀ ਰੱਖਿਆ ਗਿਆ ਹੈ। ਆਚਰਨ ਦੀ ਸ਼ੁੱਧਤਾ ਤੋਂ ਭਾਵ ਸਿਰਫ ਸ਼ਖਸੀ ਆਚਰਨ ਤੋਂ ਹੀ ਨਹੀਂ ਲੈਣਾ ਚਾਹੀਦਾ। ਇਹ ਸ਼ੁੱਧਤਾ ਹਰ ਇੱਕ ਖੇਤਰ ਵਿੱਚ ਉਸ ਖੇਤਰ ਵਿਸ਼ੇਸ਼ ਦੀ ਮੰਗ ਅਨੁਰੂਪ ਲੋੜੀਂਦੀ ਮਰਿਆਦਾ ਵਿੱਚ ਹੀ ਰਹਿਣ ਵਿੱਚ ਮਿਲਦੀ ਹੈ। ਉਸ ਖੇਤਰ ਵਿਸ਼ੇਸ਼ ਵਿੱਚ ਹੀ ਸਰਬ ਸ੍ਰੇਸ਼ਟਤਾ ਹਾਸਲ ਕਰਨ ਲਈ ਕੁਲੀਨਤਾ ਅਤੇ ਸਦਾਚਾਰ ਦਾ ਪਾਲਣ ਕਰਨਾ ਵੀ ਫਰਜ਼ ਬਣਦਾ ਹੈ। ਭ੍ਰਿਸ਼ਟਤਾ ਲਈ ਕੋਈ ਥਾਂ ਨਹੀਂ ਹੈ। ਇਸੇ ਦੀ ਹੀ ਵਿਆਖਿਆ ਕਰਦਾ ਹੈ ਸਤਿਗੁਰ ਦਾ ਇਹ ਬਚਨ, ਅਸਾਂ ਪੰਥ ਧਰਮ ਦੇ ਵਾਸਤੇ ਕੀਤਾ ਹੈ, ਭ੍ਰਿਸ਼ਟਤਾ ਨਹੀਂ ਕਰਨਾ। ਪੰਥ ਇਹ ਵਾ ਗੁਰੂ ਪੂਰਨ ਪੁਰਖ ਦਾ ਹੈ। ਸਮੁੰਦਰ ਵਿੱਚ ਰਤਨ ਵੀ ਹੁੰਦੇ ਹਨ ਅਤੇ ਘੁੱਗੇ ਸੰਖ ਸਿੱਪੀਆਂ ਵੀ। ਮਾਣਕ ਮੋਤੀ ਨੂੰ ਖਰੀਦੇ, ਘੁੱਗੇ ਨਾ ਖਰੀਦੇ। ਇਹ ਧਰਮ ਪੰਥ ਵਾਹਿਗੁਰੂ ਕੀਤਾ ਹੈ। ਤਿਨਾਂ ਵਿੱਚੋਂ ਮੁਰੀਦ ਜੋ ਹੋਸਨ ਸੋ ਸਿੱਖੀ ਲੈਸਨ। ਤੀਰਥ ਦੀ ਆਊ ਤੋੜੀ ਪੰਥ ਕਾ ਰਾਜ ਚਲਸੀ। ਪੰਥ ਦੇ ਸਿਆਸੀ ਨਿਸ਼ਾਨੇ ਪ੍ਰਤੀ ਖਾਲਸੇ ਦੀ ਪ੍ਰਤੀਬੱਧਤਾ ਦਾ ਪ੍ਰਗਟਾ ਅਤੇ ਇਸ ਰਾਜ ਸੱਤਾ ਨਾਲ ਆਉਣ ਵਾਲੀਆਂ ਪ੍ਰਸ਼ਾਸਨਿਕ ਊਣਤਾਈਆਂ ਦੀ ਵਿਆਖਿਆ ਵੀ ਰਹਿਤਨਾਮਿਆਂ ਵਿੱਚ ਉਪਲਬਧ ਹੈ। ਬਚਨ ਹੋਆ ਹੈ ਪੰਥ ਨੂੰ ਸੋ ਨਾਲੇ ਮਿਹਰ ਹੈ ਨਾਲੇ ਕਹਿਰ ਹੈ। ਜੇ ਸਿੱਖੀ ਰਹੇਗੀ ਰਾਜ ਵਿੱਚ ਤਾਂ ਮਿਹਰ ਅਤੇ ਸਿੱਖੀ ਜਾਏ ਤਾਂ ਕਹਿਰ ਹੈ। ਸੋ ਇਹਨਾਂ ਦੇ ਉਪਰੰਤ ਹੋਰ ਰਾਜ ਹੋਣਾ ਨਹੀਂ, ਅੰਤ ਦਾ ਰਾਜ ਇਹਨਾਂ ਦਾ ਹੈ। ਕੇਵਲ ਅਤੇ ਕੇਵਲ ਖਾਲਸਾ ਪੰਥ ਹੀ ਇਸ ਗੱਲ ਦੀ ਗਾਰੰਟੀ ਦਿੰਦਾ ਹੈ ਕਿ ਮਾਨਸਿਕਤਾ ਅਤੇ ਬੌਧਿਕਤਾ ਦਾ ਵਿਕਾਸ ਸੁਤੰਤਰ, ਪ੍ਰਭੂ ਸੱਤਾ ਸੰਪੰਨ ਅਤੇ ਨਿਰਪੱਖ, ਨਿਰਵੈਰ, ਨਿਰਭਉ ਵਾਤਾਵਰਣ ਵਿੱਚ ਹੀ ਹੋਣਾ ਚਾਹੀਦਾ ਹੈ। ਮਨੁੱਖੀ ਸੁਤੰਤਰਤਾ ਲਈ ਇਹ ਅਤ ਆਵਸ਼ਕ ਤੱਤ ਹੈ, ਜਿਸ ਤੋਂ ਬਗੈਰ ਕਲਿਆਣਕਾਰੀ, ਸਰਬੱਤ ਦੇ ਭਲੇ ਅਤੇ ਮਾਨਵ ਰੱਖਿਅਕ ਹਲੇਮੀ ਰਾਜ, ਗੁਰੂ ਨਾਨਕਵਾਦੀ ਲੋਕ ਰਾਜ ਦੀ ਖਾਲਸਾਈ ਵਿਆਖਿਆ ਅਤੇ ਪ੍ਰਾਪਤੀ ਕਤਈ ਸੰਭਵ ਨਹੀਂ ਹੈ। ਇਸ ਤੋਂ ਬਗੈਰ ਦੁਨੀਆ ਵਿੱਚ ਲੋਕ ਰਾਜੀ ਪ੍ਰਣਾਲੀ ਦੀ ਹੋਂਦ ਸੰਭਵ ਹੀ ਨਹੀਂ ਹੋ ਸਕਦੀ। ਆਪਣੀਆਂ ਉੱਚੀਆਂ ਤੇ ਸੁੱਚੀਆਂ ਕਦਰਾਂ ਕੀਮਤਾਂ ਅਤੇ ਮਾਨਵ ਕਲਿਆਣਕਾਰੀ ਲੋਕ ਰਾਜ ਦਾ ਰੋਲ ਮਾਡਲ ਹੋਣ ਕਰਕੇ ਹੀ ਲੋਕ ਰਾਜ ਦੇ ਨਾਂ ਤੇ ਵਿਆਪਤ ਦ੍ਰਿਸ਼ਟਮਾਨ ਪਾਖੰਡ ਨੂੰ ਸਿੱਖੀ ਸਿਧਾਂਤ ਲੋਕ ਰਾਜ ਨਹੀਂ ਮੰਨਦੇ। ਅਜਿਹੇ ਹੀ ਆਚਰਣ, ਸੱਭਿਆਚਾਰ, ਰਹਿਣੀ ਬਹਿਣੀ, ਅੰਦਰੂਨੀ ਬਹਿਰੂਨੀ ਨੀਤੀ ਦਾ ਹੁਕਮ ਪੰਥ ਲਈ ਹੈ। ਇਹੋ ਹੀ ਅਕਾਲ ਦੀ ਰਜ਼ਾ ਹੈ, ਭਾਣਾ ਹੈ। ਪੰਥ ਨੇ ਇਹੋ ਹੀ ਘਾਲ ਕਮਾਈ ਕਮਾਉਣੀ ਹੈ। ਅਜਿਹੀ ਰਾਜ ਬਣਤਰ ਦਾ ਹੀ ਬਹੁਪੱਖੀ ਨਿਜ਼ਾਮ ਲਿਆਉਣਾ ਹੈ। ਇਸੇ ਹਿੱਤ ਹੀ ਗੁਰਤਾ ਨੂੰ ਅਪਣਾਉਣਾ ਹੈ, ਕਿਉਂਕਿ ਇਹੋ ਸਹਿ ਭੰਗ ਹੈ। ਇਹੋ ਹੀ ਗੁਰਪ੍ਰਸਾਦ ਦਾ ਅਕਾਲ ਸਿਧਾਂਤ ਪੰਥ ਤੇ ਆਇਦ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਮੁਤਾਬਕ ਖਾਲਸੇ ਦੀ ਪੰਥਕ ਰਹਿਣੀ ਦਾ ਇਹੋ ਸਿਮਰਨ ਹੈ। ਅਖੌਤੀ ਸੰਤਾਂ, ਸਾਧਾਂ, ਡੇਰੇਦਾਰਾਂ ਤੇ ਜਥੇਬੰਦੀਆਂ ਦੀ ਨਿੱਜਵਾਦੀ ਮਰਿਆਦਾ ਮੁਤਾਬਕ, ਜਿਸ ਤੋਂ ਅੱਜ ਵਰਤਮਾਨ ਵਿੱਚ ਪੰਥ ਗੈਰ ਜ਼ਿੰਮੇਵਾਰਾਨਾ ਰਵੱਈਆ ਅਖਤਿਆਰ ਕਰ ਵਿਪਰਨ ਕੀ ਰੀਤ ਵੱਲ ਪਿਆ ਹੋਇਆ ਹੈ, ਕਿਉਂਕਿ ਇਹਨਾਂ ਦਾ ਨਿਸ਼ਾਨਾ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਰਤ ਕੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਿਸ਼ਨ ਅਤੇ ਆਦੇਸ਼ ਤੋਂ ਦੂਰ ਕਰਕੇ ਇਸ ਦੀਆਂ ਸਿੱਖਿਆਵਾਂ ਦੇ ਉਲਟ ਲਿਜਾਣਾ ਹੈ। ਪੰਥ ਅਜਿਹੀ ਅਵਸਥਾ ਵਿੱਚ ਨਾ ਆ ਜਾਵੇ, ਇਸੇ ਲਈ ਹੀ ਦਸਮ ਪਾਤਸ਼ਾਹ ਨੇ ਸਪਸ਼ਟ ਹੁਕਮ ਖਾਲਸੇ ਤੇ ਆਇਦ ਕਰ ਦਿੱਤਾ ਸੀ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਸ਼ਬਦ ਗੁਰੂ ਦਾ ਸਰੂਪ ਜੋਤ ਰੂਪੀ ਸਮੁੱਚੀ ਗੁਰਬਾਣੀ ਅਤੇ ਇਸੇ ਜੋਤ ਦੀ ਸਮੁੱਚੀ ਸਰਬ ਵਿਆਪੀ ਜੁਗਤ ਪੰਥ ਨੂੰ ਸਿਰਫ ਤੇ ਸਿਰਫ ਇਹੋ ਹੀ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਭੀ ਸੱਚ ਦਾ, ਪੰਥ ਦੀ ਸੁਤੰਤਰ, ਨਿਰਭਉ, ਨਿਰਵੈਰ ਹਸਤੀ ਦਾ, ਖਾਲਸਾ ਹੋਈ ਖੁਦ ਖੁਦਾ ਅਨੁਰੂਪ ਅਕਾਲ ਮੂਰਤ ਅਖਤਿਆਰ ਕਰਨ ਦਾ ਅਕਾਲੀ ਹੁਕਮ ਦਿੰਦੀ ਹੈ। ਇਸੇ ਰਾਹ ਤੇ ਪੰਥ ਨੇ ਪੈਣਾ ਹੈ। ਮਨ, ਵਚਨ, ਕਰਮ, ਸਰੀਰ, ਬੁੱਧੀ ਅਤੇ ਸਮਾਜੀ, ਸਿਆਸੀ, ਧਾਰਮਿਕ ਜੀਵਨ ਅਮਲ ਵਿੱਚ ਇਸੇ ਵਿਹਾਰਕ ਜ਼ਿੰਦਗੀ ਨੂੰ ਵਿਵਹਾਰਕ ਤੌਰ ਤੇ ਅਪਣਾਉਣਾ ਹੀ ਪੰਥ ਦਾ ਭਲਾ ਹੈ। ਇਸੇ ਵਿੱਚ ਹੀ ਗੁਰੂ ਦੀ ਰਜ਼ਾ ਹੈ ਅਤੇ ਇਹੋ ਰਜ਼ਾ ਹੀ ਪੰਥ ਦਾ ਸਿਮਰਨ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਥ ਤੇ ਹੁਕਮ ਹੈ। ਇਸੇ ਰਾਹੀਂ ਹੀ ਪੰਥ ਦੀ ਧਾਰਮਿਕ ਏਕਤਾ, ਰਾਜਨੀਤਿਕ ਏਕਤਾ, ਸੱਭਿਆਚਾਰਕ, ਵਿਦਿਅਕ, ਚਰਿੱਤਰ, ਮਾਨਸਿਕ ਸਵੈ ਹੋਂਦ ਦੀ, ਸਰਬੱਤ ਦੇ ਭਲੇ ਹਿੱਤ, ਵਿਸ਼ਵ ਕਲਿਆਣਕਾਰੀ ਸੁਤੰਤਰ ਦਿੱਖ ਦੀ ਪ੍ਰਾਪਤੀ ਉਪਰੰਤ ਖਾਲਸਾਈ ਉੱਨਤੀ ਸੰਭਵ ਹੋ ਸਕਦੀ ਹੈ।
ਚਾਨਣ ਮੁਨਾਰੇ ਦੀ ਇੱਕ ਅਜਿਹੀ ਨਿਰਮਾਣਤਾ ਸੰਭਵ ਹੈ ਜਿਸ ਰਾਹੀਂ ਕਿ ਦੇਗੋ ਤੇਗੋ ਫਤਿਹ ਉਹ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਦੀ ਵਿਸ਼ਵ ਭਰਾਤਰੀ ਭਾਵ ਅਤੇ ਸਹਿ ਹੋਂਦ ਦੀ ਸੱਤਾ ਦੀ ਪ੍ਰਾਪਤੀ ਦੇ ਮਾਰਗ ਤੇ ਪਿਆ ਜਾ ਸਕਦਾ ਹੈ। ਇਸ ਤੋਂ ਬਗੈਰ ਖਾਲਸਾ ਦੀ ਉਤਪਤੀ ਦੇ ਜੋਤ ਅਤੇ ਇਸ ਦੀ ਜੁਗਤ ਦੇ ਸਿਧਾਂਤ ਨਾਲ ਸਿੱਖ ਪਰਣਾਏ ਨਹੀਂ ਜਾ ਸਕਦੇ। ਸਿੱਖ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਸਿੰਘ ਨਹੀਂ ਅਖਵਾ ਸਕਦੇ, ਫਿਰ ਚਾਹੇ ਅਸੀਂ ਆਪਣੇ ਆਪ ਨੂੰ ਅੰਮ੍ਰਿਤਧਾਰੀ ਹੀ ਕਿਉਂ ਨਾ ਬਣਾਈ ਜਾਈਏ। ਸਪਸ਼ਟ ਫਰਮਾਨ ਹੈ, ਆਪ ਖਾਵੰਦ ਨੇ ਬਚਨ ਕੀਤਾ ਹੈ, ਮੇਰੇ ਸਰੂਪ ਡਿੱਠੇ ਤੇ ਮੁਕਤ ਨਾਹੀ, ਮੇਰੇ ਬਚਨ ਮੰਨੇ ਤੇ ਮੁਕਤ ਹੈ। ਸਾਖ ਗ੍ਰੰਥ ਸਾਹਿਬ ਜੀ ਕੀ। ਸਤਿਗੁਰੂ ਨੋ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੈ ਵਿਚਾਰ। ਜਿਵੇਂ ਉੱਪਰ ਸਪਸ਼ਟ ਕੀਤਾ ਹੈ, ਸਿੱਖ ਧਰਮ ਅਵਲੰਬੀਆਂ ਦਾ ਇਹੋ ਹੀ ਧਾਰਮਿਕ ਫਰਜ਼ ਅਤੇ ਰੱਬੀ ਮਿਲਣ ਦਾ ਸਿਮਰਨ ਹੈ। ਮੰਨੇ ਕੀ ਗਤ ਕਹੀ ਨਾ ਜਾਏ ਅਤੇ ਪੰਥ ਇਹ ਵਾਹ ਗੁਰੂ ਪੂਰਨ ਪੁਰਖ ਦਾ ਹੈ। ਗੁਰੂ ਦੇ ਸਿੱਖ ਸੁਚੇਤ ਰਹਿਣ ਤਾਂ ਹੀ ਤਾਂ ਸਪਸ਼ਟ ਕਿਹਾ ਹੈ, ਆਪ ਖਾਵੰਦ ਨੇ ਬਚਨ ਕੀਤਾ ਹੈ, ਮੇਰੇ ਸਰੂਪ ਡਿੱਠੇ ਤੇ ਮੁਕਤ ਨਾਹੀ, ਮੇਰੇ ਬਚਨ ਮੰਨੇ ਤੇ ਮੁਕਤ ਹੈ। ਇਸੇ ਲਈ ਖਾਲਸੇ ਨੂੰ ਜੋਤ ਦੀ ਜੁਗਤ ਦਾ ਇਹ ਸਪਸ਼ਟ ਹੁਕਮ ਹੈ ਕਿ ਉਹ ਆਪਣੀ ਦਸਤਾਰ ਉੱਤੇ ਗੁਰਤਾ ਦੀ ਤਾਜਪੋਸ਼ੀ ਤੁਰੰਤ ਕਰੇ। ਇਸ ਤੋਂ ਬਗੈਰ ਖਾਲਸਾ ਬੇਮੁਖ ਹੈ, ਕੁਰਹਿਤੀਆ ਹੈ, ਭਗੌੜਾ ਹੈ, ਮਨਮਤੀਆ ਹੈ ਤੇ ਭਾਈ ਗੁਰਦਾਸ ਜੀ ਦੇ ਅਲਫਾਜ਼ ਵਿੱਚ ਅਕਿਰਤ ਘਣ ਹੈ। ਭਾਈ ਦੇਸਾ ਸਿੰਘ ਜੀ ਵੀ ਆਪਣੇ ਰਹਿਤਨਾਮੇ ਵਿੱਚ ਸਪਸ਼ਟ ਫਰਮਾਉਂਦੇ ਹਨ, ਰਹਿਤ ਰਹਿਤ ਰਹਿ ਜਾਏ ਬਿਕਾਰਾ, ਰਹਿਤ ਧਰਮ ਸਿੰਘਨ ਕੋ ਸਾਰਾ, ਰਹਿਤ ਬਿਨ ਸਦਗਤ ਨਹਿ ਹੋਈ, ਰਹਿਤ ਬਿਨਾ ਪਲ ਕਹੇ ਨਾ ਕੋਈ, ਰਹਿਤ ਬਿਨਾ ਨਹਿ ਸਿੰਘ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਤ ਬਿਨਾ ਜਗ ਮੋਹ ਭਰਮਾਈ, ਰਹਿਤ ਬਿਨਾ ਨਰ ਨਰਕੈ ਜਾਈ, ਰਹਿਤ ਬਿਨਾ ਤਨਖਾਹੀ ਜਾਨੋ, ਰਹਿਤ ਬਿਨਾ ਜੜ ਭੂਤ ਬਖਾਨੋ, ਰਹਿਤ ਬਿਨਾ ਸੁਖ ਕਬਹੂ ਨਾ ਲਹੈ, ਤਾਂ ਤੇ ਰਹਿਤ ਸੋ ਦ੍ਰਿੜ ਕਰ ਗਹਿ। ਸਤਿਗੁਰੂ ਸਾਹਿਬੇ ਬ੍ਰਹਮੰਡ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਦੇ ਸਿਧਾਂਤ ਦੀ ਜੋਤ ਜੁਗਤ ਦੇ ਧਾਰਨੀ ਖਾਲਸੇ ਨਿਮਿਤ ਹੀ ਬਹੁਕਮ ਅਕਾਲ ਦੇ ਪੰਥ ਦੀ ਰਚਨਾ ਕਰ ਖਾਲਸਾ ਪ੍ਰਗਟ ਕੀਤਾ ਹੈ। ਇਸੇ ਹੀ ਆਪਣੇ ਗੁਰਤਾ ਦੇ ਧਾਰਨੀ ਅਤੇ ਇਸ ਦੇ ਹੁਕਮ ਦਾ ਪਸਾਰਾ ਕਰਨ ਵਾਲੇ ਸਿੱਖ ਨੂੰ ਹੀ ਖਾਲਸਾ ਕਿਹਾ ਹੈ। ਉਹ ਸੁਚੇਤ ਮਨੁੱਖਾਂ ਜ਼ਿੰਦਗੀਆਂ ਦਾ ਸਮੂਹ ਜਿਨ੍ਹਾਂ ਰਾਹੀਂ ਨਾਨਕ ਜੋਤ ਦਾ ਅਤੇ ਗੁਰਤਾ ਦੀ ਜੁਗਤ ਦਾ ਪ੍ਰਸਾਰ ਹੁੰਦਾ ਹੈ। ਅਮਲੀ ਸਮਾਜਿਕ ਧਾਰਮਿਕ ਯੋਜਨਾ ਨਿਰਮਾਣ ਵਿੱਚ ਵਿਵਹਾਰਕ ਜੀਵਨ ਅਮਲਾਂ ਰਾਹੀਂ ਪ੍ਰਤੱਖ ਪ੍ਰਗਟ ਹੁੰਦਾ ਹੈ। ਆਤਮਿਕ ਅਤੇ ਸਰੀਰਕ ਤੌਰ ਤੇ ਉਹ ਪੰਥ ਹੈ ਤੇ ਇਸ ਪੰਥ ਦਾ ਨਿਰਮਾਣ ਅਜਿਹੇ ਖਾਲਸਿਆਂ ਦੇ ਸਮੂਹਾਂ ਨਾਲ ਹੀ ਹੁੰਦਾ ਹੈ। ਖਾਲਸਿਆਂ ਦੇ ਅਜਿਹੇ ਸਮੂਹ ਉੱਪਰ ਦੱਸੇ ਰਹਿਤ ਹੁਕਮ ਸਿਮਰਨ ਦੇ ਧਾਰਨੀ ਸਿੰਘਾਂ ਦੇ ਪਰਿਵਾਰ ਸਮੂਹਾਂ ਤੋਂ ਬਣਦੇ ਹਨ। ਪਰਿਵਾਰਕ ਇਕਾਈ ਦੇ ਦਿਲੋਂ ਦਿਮਾਗ ਤੇ ਗੁਰੂ ਹੁਕਮ ਦੀ ਪਾਲਣਾ ਕਰਨੀ ਅਤੇ ਉਸ ਨੂੰ ਕਮਾਉਣਾ ਸਿੰਘ ਸਿੰਘਣੀ ਦੇ ਗ੍ਰਹਿਸਥ ਆਸ਼ਰਮ ਦੀ ਪਹਿਲੀ ਪੌੜੀ ਅਤੇ ਸਿੱਖੀ ਦਾ ਆਦ ਸਕੂਲ ਹੈ। ਇੱਥੋਂ ਹੀ ਪੰਥ ਦੀ ਬਣਤਰ ਦਾ ਸਰੋਤ ਪ੍ਰਸਫੁਟਿਤ ਹੁੰਦਾ ਹੈ ਅਤੇ ਇੱਥੇ ਹੀ ਪੂਰਨਤਾ ਹਾਸਲ ਕਰਦਾ ਹੈ। ਅਜਿਹੇ ਹੀ ਪੰਥ ਅਤੇ ਖਾਲਸੇ ਨਿਮਿਤ ਹੀ ਦਸਮ ਪਿਤਾ ਫਰਮਾਉਂਦੇ ਹਨ, ਇਨਹੀ ਕੀ ਕਿਰਪਾ ਤੇ ਸਜੇ ਹਮ ਹੈ, ਰਹਿਨੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮਲ ਉਸਕਾ ਚੇਰਾ। ਭਾਈ ਗੁਰਦਾਸ ਜੀ ਅਨੁਸਾਰ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਰੂਪਿਤ ਗੁਰਸਿੱਖ ਸਿੱਖ ਗੁਰੂ ਹੈ। ਪ੍ਰਿੰਸੀਪਲ ਸਤਬੀਰ ਸਿੰਘ ਆਪਣੀ ਪੁਸਤਕ ਪੁਰਖ ਭਗਵੰਤ ਵਿੱਚ ਖੁਸ਼ ਵਕਤ ਰਾਏ ਨੂੰ ਆਧਾਰ ਬਣਾ ਕੇ ਲਿਖਦੇ ਹਨ, ਸਿੱਖਾਂ ਪੁੱਛਿਆ ਕਿ ਖਾਲਸੇ ਨੂੰ ਕਿੱਥੇ ਬਿਠਾ ਚੱਲੇ ਹੋ, ਤਾਂ ਆਪ ਜੀ ਨੇ ਫਰਮਾਇਆ, ਖਾਲਸੇ ਨੂੰ ਅਕਾਲ ਪੁਰਖ ਕੀ ਗੋਦ ਮੇਂ ਬਸਾਇਆ ਹੈ। ਸਿੱਖਾਂ ਦਾ ਅਗਲਾ ਸਵਾਲ ਸੀ, ਸਾਨੂੰ ਕਿਸ ਦੇ ਲੜ ਲਗਾ ਚੱਲੇ ਹੋ, ਤਾਂ ਮਹਾਰਾਜ ਦਾ ਉੱਤਰ ਸੀ, ਪੰਥ ਨੂੰ ਗੁਰੂ ਗ੍ਰੰਥ ਦੇ ਲੜ ਲਗਾ ਚੱਲਾ ਹਾਂ। ਸਿੱਖਾਂ ਦੀ ਅਗਲੀ ਪੁੱਛ ਸੀ, ਮਹਾਰਾਜ ਤੁਹਾਡੀ ਆਤਮਾ ਕਿੱਥੇ ਹੈ ਤੇ ਸਰੀਰ ਕਿਸ ਥਾਂ, ਤਾਂ ਮਹਾਰਾਜ ਦਾ ਕਹਿਣਾ ਸੀ, ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ, ਓਟ ਅਕਾਲ ਕੀ। ਇਹ ਸਾਰੀਆਂ ਹੀ ਇਤਿਹਾਸਕ ਲਿਖਤਾਂ ਸਪਸ਼ਟ ਕਰਦੀਆਂ ਹਨ ਕਿ ਪੰਥ ਦੇ ਹੱਕਾਂ ਅਤੇ ਏਕਾਧਿਕਾਰਾਂ ਪ੍ਰਤੀ ਜੇ ਪੰਥ ਆਪ ਹੀ ਗਾਫਲ ਹੋਇਆ ਰਹੇਗਾ ਤਾਂ ਪੰਥ ਰੂਪੀ ਗੁਰਤਾ ਅਧਿਕਾਰਤ ਸੰਸਥਾ ਨੂੰ ਤਾਂ ਖੋਰਾ ਲੱਗੇਗਾ ਹੀ, ਨਾਲ ਹੀ ਅਕਾਲ ਦੇ ਹੁਕਮ ਦੀ ਵੀ ਵਿਰੋਧਤਾ ਹੋਵੇਗੀ ਅਤੇ ਇੰਜ ਪੰਥ ਨਾ ਚਾਹੁੰਦੇ ਹੋਏ ਵੀ ਤਨਖਾਹੀਆ ਬਣ ਜਾਵੇਗਾ। ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇੰਜ ਹੀ ਹੋ ਰਿਹਾ ਹੈ। ਅੱਜ ਪੰਥ ਆਪਣੇ ਹੀ ਹੱਕਾਂ ਦਾ ਬਚਾਅ ਨਹੀਂ ਕਰ ਪਾ ਰਿਹਾ, ਸਗੋਂ ਪੰਥਕ ਫਰਾਇਜ਼ ਵੀ ਅਦਾ ਨਹੀਂ ਕਰ ਰਿਹਾ।
ਪੰਥ ਇਸ ਕਦਰ ਲਖਨਵੀ ਨਵਾਬਾਂ ਦੀ ਮਦਮਸਤੀ ਅਤੇ ਖੇਡ ਵਿੱਚ ਰਸਿਕ ਹੋ ਚੁੱਕਾ ਹੈ ਕਿ ਆਪਣੇ ਸਾਰੇ ਅਧਿਕਾਰ ਉਹ ਸਿਆਸੀ ਪਾਰਟੀ ਜਾਂ ਪਾਰਟੀਆਂ ਦੇ ਲੀਡਰਾਂ ਨੂੰ ਅਥਵਾ ਇਹਨਾਂ ਦੇ ਝੋਲੀ ਚੁੱਕਾਂ ਨੂੰ ਜਾਂ ਅਨਮਤ ਦੀ ਰਾਜ ਪ੍ਰਣਾਲੀ ਅਧੀਨ ਅਖੌਤੀ ਲੋਕ ਜਾਂ ਧਰਮ ਹਿੱਤ ਲੋਕ ਸੇਵਕਾਂ ਨੂੰ ਸੌਂਪ ਕੇ ਆਪ ਸੁੰਨ ਹੋ ਕੇ ਬਹਿ ਗਿਆ ਹੈ। ਦੁਸ਼ਮਣ ਤਾਕਤਾਂ ਲਈ ਅਤੇ ਸਵਾਰਥੀ ਤੱਤਾਂ ਲਈ ਇਸ ਤੋਂ ਵਧੀਆ ਸਮਾਂ ਹੋਰ ਕੀ ਹੋ ਸਕਦਾ ਹੈ। ਇਸੇ ਲਈ ਹੀ ਅਜਿਹੀਆਂ ਤਾਕਤਾਂ ਹਰ ਉਹ ਯਤਨ ਕਰਦੀਆਂ ਹਨ ਅਤੇ ਹਰ ਉਸ ਲੀਡਰ ਸਮੂਹ ਦਾ ਪੱਖ ਪੂਰਦੀਆਂ ਹਨ ਜੋ ਕਿ ਕੌਮ ਨੂੰ ਇਸ ਸੁੰਨ ਅਵਸਥਾ ਵਿੱਚ ਹੀ ਫਸਾਈ ਰੱਖਣਾ ਚਾਹੁੰਦਾ ਹੈ। ਸਿੱਖ ਵਿਰਸੇ ਵਿੱਚ ਪੰਥ ਕਦੇ ਵੀ ਅਤੇ ਵਿਸ਼ੇਸ਼ ਕਰ ਗੁਰੂ ਮਹਾਰਾਜ ਦੇ ਜਿਉਂਦਿਆਂ ਵੀ ਆਪਣੇ ਹੱਕਾਂ ਅਧਿਕਾਰਾਂ ਪ੍ਰਤੀ ਇਤਨਾ ਜ਼ਿਆਦਾ ਬੇਮੁਖ ਨਹੀਂ ਸੀ ਹੋਇਆ। ਇੱਥੇ ਨਮੂਨੇ ਵਜੋਂ ਇੱਕ ਵਾਕਿਆ ਤੇ ਨਜ਼ਰ ਪਾਉਣੀ ਅਤ ਆਵਸ਼ਕ ਹੈ। ਦਸਮ ਪਾਤਸ਼ਾਹ ਜਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੋਰਨ ਲੱਗੇ ਤਾਂ ਉਹਨਾਂ ਬਾਬਾ ਬੰਦਾ ਸਿੰਘ ਨੂੰ ਆਪਣੀ ਖੜਗ ਦੇਣੀ ਚਾਹੀ, ਪਰ ਮੌਕੇ ਤੇ ਮੌਜੂਦ ਪੰਥ ਨੇ ਇਸ ਬਖਸ਼ਿਸ਼ ਨੂੰ ਦੇਣ ਤੋਂ ਦਸਮ ਪਿਤਾ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਆਪ ਜੀ ਦੀ ਖੜਗ ਦਾ ਅਧਿਕਾਰੀ ਤਾਂ ਕੇਵਲ ਅਤੇ ਕੇਵਲ ਖਾਲਸਾ ਹੈ, ਵਿਅਕਤੀ ਨਹੀਂ। ਅਗਰ ਬੰਦੇ ਨੂੰ ਹੀ ਖੜਗ ਦੇ ਦੇਣੀ ਹੈ ਤਾਂ ਫਿਰ ਪੰਥ ਕੀ ਕਰੇਗਾ। ਬੰਦੇ ਤੇ ਜੇ ਆਪ ਨੇ ਕਿਰਪਾ ਕਰਨੀ ਹੈ ਤਾਂ ਇਸ ਨੂੰ ਤੀਰ ਦਿਓ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਜੀ ਇਸ ਦੀ ਸ਼ਾਦੀ ਭਰਦੇ ਹੋਏ ਸਪਸ਼ਟ ਲਿਖਦੇ ਹਨ। ਦੋਹਰਾ ਸ਼੍ਰੀ ਗੁਰ ਨਿਕਟ ਬਿਠਾਏ ਕਰ ਗਰਤੇ ਖੜਗ ਉਤਾਰ ਦੇਨ ਲਗੇ ਯੋ ਕਰਨ ਹੇਤ ਸਰਦਾਰ। ਚੌਪਾਈ ਦਇਆ ਸਿੰਘ ਅਰ ਧਰਮ ਸਿੰਘ ਪੁਨ ਇੰਤੇ ਆਦ ਖਾਲਸਾ ਢਿਗ ਗੁਣ ਦੇਖਤ ਹਾਥ ਜੋਰ ਹੋਏ ਖਰੇ ਸ਼੍ਰੀ ਗੁਰ ਅਧਿਕ ਕਿਰਪਾ ਕਰ ਟਰੇ ਜੇ ਕਰ ਖੜਗ ਦੇਹ ਇਨ ਧਰੇ ਪੰਥ ਆਪ ਕੋ ਕਿਆ ਤਬ ਕਰੇ ਰਹੇ ਆਦ ਤੇ ਸੰਗ ਤੁਮਾਰੇ ਸਹੇ ਕਸ਼ਟ ਬਹੁ ਮਰੇ ਹਜ਼ਾਰੇ ਦਿਓ ਚਹਿਤ ਦੀਜੇ ਇਸ ਤੀਰ ਖੜਗ ਖਾਲਸੇ ਕੇ ਰਹਿ ਤੀਰ ਸੁਨ ਪਿਖ ਕੈ ਗੁਰ ਕਿਰਪਾ ਉਪਾਈ ਕਿਉਂ ਤੁਮ ਸੰਸੇ ਹਿਰਦੇ ਉਠਾਈ ਇਹ ਚਿੰਤਾ ਤੁਮ ਦੇਹ ਮਿਟਾਈ ਰਾਜ ਤੇਜ ਤੁਮ ਤੇ ਨਹਿ ਜਾਈ ਹਰਖ ਤਰੋ चित चाहत जैसे बंदे को बख्शे सर तैसे इम कह गरे खड़ग को धारा सिंगन को सत्कार बिठारा बिच निखंग ते पांचों तीर देत भय बंदे को तीर। सतगुरु जी दे सुतंतर ਸਿੰਘਾਂ ਨੇ ਇਹ ਅਤੇ ਅਜਿਹੀ ਹੀ ਵਿਸ਼ੇਸ਼ ਕਿਰਪਾ ਸਿਰਫ ਤੇ ਸਿਰਫ ਪੰਥ ਲਈ ਖਾਲਸੇ ਲਈ ਹੀ ਵਿਸ਼ੇਸ਼ ਤੌਰ ਤੇ ਬਚਾ ਕੇ ਰੱਖੀ ਹੈ। ਅੱਜ ਦੇ ਸਿਆਸੀ ਗੁਲਾਮਾਂ ਵਾਂਗ ਨਹੀਂ ਕਿ ਲੱਖਾਂ ਦੇ ਇਕੱਠ ਬਿਨਾਂ ਵਿਚਾਰ ਕੀਤੇ ਅਤੇ ਕੁਝ ਵੀ ਪਤਾ ਹੋਏ ਅਕਾਲੀ ਨਾਂ ਹੇਠਾਂ ਸਿਆਸਤ ਵਿੱਚ ਆਪਣੀਆਂ ਰੋਟੀਆਂ ਸੇਕ ਰਹੇ ਲੀਡਰਾਂ ਮਗਰ ਲੱਗ ਬਾਹਾਂ ਖੜੀਆਂ ਕਰ ਮਤਿਆਂ ਨੂੰ ਪ੍ਰਵਾਨਗੀ ਦੇਈ ਜਾਣ ਅਤੇ ਇੰਜ ਪੰਥ ਦੀ ਗੁਰਤਾ ਦੀ ਆਪ ਹੀ ਖਿੱਲੀ ਉਡਾਈ ਜਾਣ। ਭਾਈ ਗੁਰਦਾਸ ਜੀ ਦੇ ਅਕਿਰਤਕਣ ਸ਼ਬਦ ਦੀ ਵਿਆਖਿਆ ਅਜਿਹੇ ਹੀ ਇਕੱਠ ਕਰਨ ਅਤੇ ਕਰਾਉਣ ਵਾਲਿਆਂ ਨਿਮਿਤ ਹੀ ਢੁਕਦੀ ਹੈ। ਇੰਜ ਦੇ ਲੱਖਾਂ ਦੇ ਇਕੱਠ ਵਿੱਚੋਂ ਅਗਰ 5 ਸਿੰਘ ਵੀ ਪੰਥ ਦੀ ਆਦ ਗੁਰਤਾ ਦੀ ਬਹਾਲੀ ਲਈ ਅੱਡ ਨਿੱਤਰ ਆਉਣ ਤਾਂ ਪੰਥ ਉਹਨਾਂ ਨੂੰ ਹੀ ਮੰਨਿਆ ਜਾਵੇਗਾ। ਲੱਖਾਂ ਦੀ ਗਿਣਤੀ ਵਿੱਚ ਭੇਡਾਂ ਵਾਂਗ ਖੜੇ ਇੱਜੜ ਦੀ ਕੋਈ ਵੀ ਪੰਥਕ ਹੋਂਦ ਸਵੀਕਾਰ ਨਹੀਂ ਕੀਤੀ ਜਾਵੇਗੀ। ਇਹ ਗੁਰ ਹੁਕਮ ਹੈ, ਇਹੋ ਮਰਿਆਦਾ ਹੈ, ਇਹੋ ਰਹਿਤ ਹੈ। ਇਸ ਦੀ ਸ਼ਕਤੀ ਦਾ ਪਸਾਰਾ ਪੰਜ ਪ੍ਰਵਾਨ ਪੰਜ ਪ੍ਰਧਾਨ ਰਾਹੀਂ ਹੀ ਹੋਣਾ ਹੈ। ਗੁਰੂ ਘਰ ਕੀ ਮਰਜ਼ਾਦਾ ਪੰਚੋ ਪੰਚੋ ਪਾਹੁਲ ਪੂਰਬ ਪੀਨ ਹੋਏ ਤਨਖਾਈਆ ਬਖਸ਼ੈ ਪੰਚੋ ਪਾਹੁਲ ਦੇ ਮਿਲ ਪੰਚ ਪ੍ਰਬੀਨ ਲੱਖੋ ਪੰਚ ਕੀ ਬੜ ਬੜਿਆਈ ਪੰਚ ਕਰੈ ਸੋ ਨਿਫਲ ਨਾ ਚੀਨ ਭੋਜਨ ਛਾਦਨ ਪੰਚਨ ਅਰਪੈ अर्ज करे तिन बाछत लीन इम पांचन की महिमा कह के तीन परकर्मा फिर कर दीन अरपै शस्त्र जिगा अर कलगी निज कर ते सिर बंधन कीन शस्त्र गात्रे तब पहराए कट कसाए कर बिलम बहीन श्री वाहिगुरु जी का खालसा फतेह वाहिगुरु जी की चीन। ਇਹ ਪ੍ਰਣਾਲੀ ਪੰਥ ਤੋਂ ਸੰਪੂਰਨ ਵਿਕਾਸ ਦੀ ਮੰਗ ਕਰਦੀ ਹੈ। ਪੰਥਕ ਸ਼ਕਤੀ ਦਾ ਸੋਮਾ, ਪੰਥਕ ਅਨੁਸ਼ਾਸਨ ਦੀ ਬਹਾਲੀ, ਪੰਥਕ ਮਰਿਆਦਾ ਨੂੰ ਅਨਿਆਈਆਂ ਤੇ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਅਤੇ ਰਹਿਤ ਤੇ ਪਹਿਰਾ ਦੇਣ ਦਾ ਫਰਾਇਜ਼ ਇਸੇ ਪ੍ਰਣਾਲੀ ਤੋਂ ਹੀ ਪ੍ਰਾਪਤ ਹੁੰਦਾ ਹੈ, ਕਿਉਂਕਿ ਪੰਥ ਦੀ ਅੰਤਰ ਚਿੱਤ ਆਤਮਾ ਦੀ ਸ਼ਕਤੀ ਨਿਸ਼ਚੇ ਦਾ ਚਸ਼ਮਾ ਪੰਥਕ ਰਹਿਤ ਵਿੱਚੋਂ ਹੀ ਪੁੰਗਰਿਤ ਹੁੰਦਾ ਹੈ। ਇਹ ਪ੍ਰਣਾਲੀ ਗੁਣਾ ਅਤੇ ਅਨੁਭਵ ਤੇ ਆਧਾਰਿਤ ਹੈ ਅਤੇ ਜਿਸ ਦਾ ਬੀਜ ਸੇਵਾ ਵਿੱਚ ਅੰਕੁਰ ਫੜਦਾ ਹੈ ਤੇ ਜਿਸ ਦਾ ਵਿਕਾਸ ਹੁਕਮ ਵਿੱਚ ਹੁੰਦਾ ਹੈ।
ਇਸ ਪ੍ਰਣਾਲੀ ਦਾ ਕੋਈ ਵਾਸਤਾ ਜਾਂ ਮੇਲ ਸਿਰਾਂ ਦੀ ਗਿਣਤੀ ਆਧਾਰਿਤ ਵੋਟਾਂ ਨਾਲ ਨਹੀਂ ਹੈ। ਨਾ ਹੀ ਇਹ ਪ੍ਰਣਾਲੀ ਆਪੋ ਆਪਣੇ ਚੁੱਲ੍ਹਿਆਂ ਵਿੱਚ ਅੱਗ ਬਾਲਣ ਲਈ ਧੜਿਆਂ ਆਧਾਰਿਤ ਕੀਤੇ ਸਰਬੱਤ ਖਾਲਸਿਆਂ ਨੂੰ ਹੀ ਕੋਈ ਮਾਨਤਾ ਦਿੰਦੀ ਹੈ ਅਤੇ ਨਾ ਹੀ ਇਹਨਾਂ ਦੇ ਫੈਸਲਿਆਂ ਨੂੰ ਪੰਥਕ ਫੈਸਲੇ ਪ੍ਰਵਾਨਦੀ ਹੈ। ਇਹ ਪ੍ਰਣਾਲੀ ਕਿਸੇ ਵੀ ਤਰ੍ਹਾਂ ਅਤੇ ਰਤਾ ਕਿਣਕਾ ਮਾਤਰ ਵੀ ਹੱਥ ਖੜੇ ਕਰਕੇ ਲੱਛੇਦਾਰ ਭਾਸ਼ਣਾਂ ਦੇ ਵਰਗਲਾਏ ਸੰਗਤ ਦੇ ਇਕੱਠਾਂ ਨੂੰ ਖਾਲਸੇ ਦੇ ਇਕੱਠ ਵਜੋਂ ਮਾਨਤਾ ਨਹੀਂ ਦਿੰਦੀ। ਪੰਥਕ ਪ੍ਰਣਾਲੀ ਅਜਿਹੀਆਂ ਆਪ ਹੁਦਰੀਆਂ ਕਾਰਵਾਈਆਂ ਨੂੰ ਕਤਈ ਪ੍ਰਵਾਨ ਨਹੀਂ ਕਰਦੀ। ਇੰਜ ਇਸ ਕਰਕੇ ਹੈ ਕਿਉਂਕਿ ਅਜਿਹੇ ਲੋਕ ਇਕੱਠ ਲਾਈ ਲੱਗ ਜਾਂ ਕਿਸੇ ਲਹਿਰ ਦੇ ਵਰਗਲਾਏ ਸਿੱਖਾਂ ਦੇ ਤਾਂ ਹੋ ਸਕਦੇ ਹਨ, ਪਰ ਪੰਥ ਦੇ ਉੱਕਾ ਹੀ ਨਹੀਂ, ਕਿਉਂਕਿ ਇਹਨਾਂ ਵਿੱਚ ਮੁੱਖ ਤੌਰ 'ਤੇ ਕਕਾਰਾਂ ਆਧਾਰਿਤ ਰਹਿਤ ਦਾ ਵਿਸ਼ੇਸ਼ ਅਭਾਵ ਹੁੰਦਾ ਹੈ ਅਤੇ ਬੌਧਿਕ, ਮਾਨਸਿਕ ਅਤੇ ਅੰਤਰ ਚਿੰਤ ਦੀ ਸੁਤੰਤਰਤਾ ਵਿੱਚ ਹੁਕਮ ਰਜਾਈ ਚੱਲਣਾ ਦੇ ਸਿਮਰਨ ਦਾ ਅਭਾਵ ਜ਼ਾਹਰਾ ਤੌਰ 'ਤੇ ਮੌਜੂਦ ਰਹਿੰਦਾ ਹੈ। ਇਹਨਾਂ ਮੌਲਿਕ ਗੁਣਾਂ ਅਤੇ ਸ਼ਰਤਾਂ ਦਾ ਧਾਰਨੀ ਹੋਏ ਬਿਨਾਂ ਪੰਥਕ ਇਕੱਠ ਸੰਭਵ ਹੀ ਨਹੀਂ ਹੋ ਸਕਦਾ। ਇਹਨਾਂ ਮੂਲਭੂਤ ਤੱਥਾਂ ਤੋਂ ਬਗੈਰ ਸਿੱਖ ਸਿੰਘ ਬਣ ਹੀ ਨਹੀਂ ਸਕਦਾ ਤੇ ਉਹ ਖਾਲਸੇ ਦੀ ਪਦਵੀ ਨੂੰ ਹਾਸਲ ਕਰ ਪੰਥ ਹੋ ਹੀ ਨਹੀਂ ਸਕਦਾ। ਸਪਸ਼ਟ ਨਿਰਦੇਸ਼ ਜਦ ਮੌਜੂਦ ਹਨ ਤਾਂ ਫਿਰ ਕਿਸੇ ਵੀ ਰਵਾਇਤ ਦੀ ਕੋਈ ਭ੍ਰਿਸ਼ਟ ਆਸ ਮਾਤਰ ਵੀ ਗੁਨਾਹ ਮੰਨਿਆ ਜਾਂਦਾ ਹੈ। ਜਾਗਤ ਜੋਤ ਜਪੈ ਨਿਸਭਾਸਰ, ਏਕ ਬਿਨਾ ਮਨ ਨੇਕ ਨ ਆਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਣੈ। ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਸੇ ਸਿਧਾਂਤ ਦੀ ਹੀ ਗਵਾਹੀ ਭਰਦੇ ਹਨ। ਪੰਚੋਂ ਮਹਿ ਕਲਗੀ ਕਹਿ ਦੀਨਸ, ਸੋ ਨਿਰਣੈ ਸੁਣੀਐ ਮਨ ਲਾਏ, ਸੰਤ ਸਿੰਘ ਖੱਤਰੀ ਸਿੱਖ ਸ਼ੁਭ ਮਤ ਥਾਪਿਓ, ਪੰਚੋ ਮਹਿ ਵਡਿਆਏ, ਤਿਸਕੋ ਗੁਰਤਾ ਅਰਪਨ ਕੀਨਸ, ਪ੍ਰਥਮ ਖਾਲਸੇ ਮਹਿ ਤਿਨ ਪਾਏ, ਸ਼ਸਤਰ ਬੰਧਾਏ ਬਿਠਾਏ ਅਟਾਰੀ, ਗੁਰੂ ਫਤਿਹ ਬੋਲੇ ਹਰਖਾਏ। ਦੇਖੋ ਸਗਰੇ ਸਿੰਘ ਗਏ ਖੱਪ, ਇੱਕ ਰਾਵਰ ਕੇ ਪੰਥ ਅਧੀਨ, ਜਹਾਂ ਥਿਰ ਹੋ ਪੁਨ ਰਚੋ ਹਜ਼ਾरों, ਥਿਰ ਹੈ ਖਾਲਸਾ ਜਗਤ ਪ੍ਰਬੀਨ। ਇਤਿਆਦਿਕ ਬਹੁ ਬਾਰ ਕਹਿਓ, ਸਭ ਹਾਥ ਜੋਰ ਸਿਰ ਰਹੇ ਨਿਵਾਏ, ਕਿਰਪਾ ਦ੍ਰਿਸ਼ਟ ਪਿਖ ਬਿਕਸੈ ਸਤਗੁਰ, ਰਣ ਮਾਰਨ ਮਰਨੋਂ ਬਣ ਆਏ, ਪੰਥ ਹੋਣ ਕੀ ਸੋਚ ਨ ਧਰੀਐ, ਕਿਰਪਾ ਅਕਾਲ ਕਾਲ ਕਾ ਮਾਏ, ਖਾਲਸੇ ਕੋ ਬਚ ਮਾਨਿਓ, ਤਜ ਆਨੰਦਪੁਰ ਬਿਲਮ ਨ ਲਾਏ। ਪੰਥ ਦੀ ਗੁਰਤਾ ਨੂੰ ਅੱਜ ਸਿਆਸਤ ਅਤੇ ਸਿਆਸੀ ਲੋਕਾਂ ਨੇ ਜਫਾ ਮਾਰ ਲਿਆ ਹੈ ਅਤੇ ਇਸ ਨੂੰ ਜਬਰੀ ਉਧਾਲ ਕੇ ਲੈ ਗਏ ਹਨ। ਜਾਣ ਬੁੱਝ ਕੇ ਅਜਿਹਾ ਕੁਕਰਮ ਕਰਨ ਵਿੱਚ ਅਤੇ ਕਰਵਾਉਣ ਵਿੱਚ ਇਹਨਾਂ ਦੀ ਸੰਗਣੀ ਬਣੀ ਹੈ ਵਿਭਚਾਰਨੀ ਭਾਰਤੀ ਵਿਵਸਥਾ, ਜੋ ਹਮੇਸ਼ਾ ਸਮੂਹਕ ਵਿਭਚਾਰ ਨੂੰ ਕਾਨੂੰਨਨ ਪਵਿੱਤਰਤਾ ਦਾ ਲਿਬਾਸ ਓੜਦੀ ਰਹੀ ਹੈ, ਜਿਸ ਦੀ ਬੁੱਕਲ ਵਿੱਚ ਅੱਜ ਸਮੂਹ ਸਿੱਖ ਪੰਥਕ ਗੁਰਤਾ ਦੀ ਅਣਹੋਂਦ ਕਾਰਨ ਬੇਮੁਖਤਾ ਵਿੱਚ ਆ ਗਏ ਹਨ। ਇਸ ਤੋਂ ਘਬਰਾਉਣ ਦੀ ਕਤਈ ਲੋੜ ਨਹੀਂ ਹੈ। ਮਤ ਇਹ ਸਮਝੋ ਕਿ ਇਹ ਚਿਰ ਕਾਲ ਤੱਕ ਸਜੀਵ ਰਹਿਣ ਵਾਲੀ ਅਵਸਥਾ ਹੈ। ਇਹ ਤਾਂ ਥੁੱਕ ਦਾ ਬੁਲਬੁਲਾ ਹੈ। ਇਹ ਥੋੜ੍ਹੇ ਸਮੇਂ ਦੇ ਬੱਦਲ ਅਤੇ ਅਜਿਹੇ ਬੱਦਲਾਂ ਵਿੱਚ ਟਹਿਕਣ ਵਾਲੇ ਬਰਸਾਤੀ ਡੱਡੂ ਛਿਣ ਭਰ ਵਿੱਚ ਤਿੱਤਰ ਹੋ ਜਾਣਗੇ ਜਦ ਪੰਥ ਨੇ ਆਪਣੀ ਗੁਰੂ ਪਦਵੀ ਦੀ ਗੱਦੀ ਨਸ਼ੀਨੀ ਕਰ ਲਈ। ਇਸ ਤੋਂ ਬਗੈਰ ਖਾਲਸਾਈ ਵਿਵਸਥਾ ਦਾ ਹਕੀਕੀ ਪਸਾਰਾ ਸੰਭਵ ਹੀ ਨਹੀਂ ਹੈ। ਅਸੀਂ ਨਿਰਵਿਵਾਦ ਰੂਪ ਵਿੱਚ ਇਸ ਨਿਰਣੇ 'ਤੇ ਅੱਪੜਦੇ ਹਾਂ ਕਿ ਪੰਥ ਵਿੱਚ ਘਰ ਕਰ ਚੁੱਕੀਆਂ ਸਮੂਹ ਬਿਮਾਰੀਆਂ ਦੀ ਇੱਕੋ ਇੱਕ ਵਜ੍ਹਾ ਹੈ ਪੰਥ ਨੂੰ ਗੁਰਤਾ ਤੋਂ ਦੂਰ ਰੱਖ ਗਾਫਲ ਬਣਾਈ ਰੱਖਣਾ, ਅਤੇ ਇਸ ਨਿਰਣੇ 'ਤੇ ਵੀ ਅਸੀਂ ਸਪਸ਼ਟ ਰੂਪ ਵਿੱਚ ਉਲਾਸ ਨਾਲ ਉੱਪੜਦੇ ਹਾਂ ਕਿ ਮੋਹਿ ਦਰਸ਼ਨ ਪੰਥ ਬਿਖੈ ਕਰੈ, ਗੁਰ ਖਾਲਸਾ ਜਾਨ ਲੀਜੈ ਮਨ ਮਾਹੀ, ਸ਼੍ਰੀ ਗੁਰ ਆਪ ਸਮਾਨ ਕਰਿਓ। ਯਹ ਪੰਥ ਅਨੂਪ ਲਖੈ ਆਪ ਜਾਹੀ, ਖਾਲਸੇ ਸੇਵ ਕਰੋ ਸਭ ਹੀ, ਰੁਚੀ ਤਾਤ ਰੋ ਮਾਤ ਗੁਰ ਸਭ ਇਹੀ। ਜਾਂ ਭਾਂਤ ਹੀ ਪੰਥ ਪ੍ਰਗਟਾਏ, ਕੀਨੋ ਸਭੀ ਤੇਜ ਧਰਿਓ, ਯਹੀ ਪੰਥ ਮਾਹੀ। ਅਤੇ ਆਪਣੇ ਚਿੱਤ ਅੰਤਰ ਵੀ ਇਸ ਨਿਰਣੇ ਨੂੰ ਕੁਰੇਦ ਕੇ ਉੱਕਰ ਲੈਂਦੇ ਹਾਂ ਕਿ ਏਕ ਹਰੀ ਦਸ ਰੂਪ, ਗੁਰੂ ਗ੍ਰੰਥ ਪੰਥ ਕੋ ਬੰਦ, ਗ੍ਰੰਥ ਪੰਥ ਪ੍ਰਕਾਸ਼ ਯਹ, ਅਬ ਬਰਨੋ ਸੁਖ ਕੰਦ। ਗੁਰ ਕਾਇਆ ਬਿਨਾ ਸ਼ਬਦ ਅਚੇਤ ਰਹਿੰਦਾ ਹੈ। ਗੁਰੂ ਨੇ ਆਪ ਗੁਰ ਕਾਇਆ ਖਾਲਸੇ ਵਿੱਚ ਸਮੋਹਿਤ ਕਰ ਦਿੱਤੀ ਹੈ। ਗੁਰ ਕਾਇਆ ਹੁਣ ਖਾਲਸੇ ਵਿੱਚ ਓਤ-ਪੋਤ ਹੈ। ਇਹੋ ਹੀ ਖਾਲਸੇ ਦੀ ਗੁਰਤਾ ਦਾ ਸਿਧਾਂਤ ਹੈ। ਆਪਣੀ ਦਸਤਾਰ ਤੇ ਖਾਲਸੇ ਨੇ ਹੁਣ ਇਸੇ ਹੀ ਕਲਗੀ ਨੂੰ ਸਜਾਉਣਾ ਹੈ। ਇਸ ਨਮਿਤ ਹੀ ਦਸਮ ਪਾਤਸ਼ਾਹ ਆਪ ਹੁਕਮ ਕਰ ਗਏ ਹਨ,
ਪ੍ਰਤੱਖਿਆ ਕਲਾ ਪਾਰ ਬ੍ਰਹਮ ਧਣੀ, ਛੈ ਗ੍ਰੰਥ ਪੰਥ ਖਾਲਸਾ ਵਰਤੰਤਾ। ਦਾਸ ਗੋਬਿੰਦ ਫਤਿਹ ਸਤਿਗੁਰ ਕੀ, ਖਾਲਸਾ ਗ੍ਰੰਥ ਗੁਰ ਰੂਪ ਬਦੰਤਾ। ਸਪਸ਼ਟ ਹੀ ਹੈ ਕਿ ਸ਼ਬਦ ਜੋਤ ਦੀ ਗੁਰਮਤ ਵਿਆਖਿਆ ਤੋਂ ਲੈ ਕੇ ਗੁਰਬਾਣੀ ਅਤੇ ਇਸ ਵਿੱਚ ਵਿਆਪਤ ਸਿਧਾਂਤ ਤੋਂ ਸਿਵਾ ਸਰਬ ਵਿਆਪੀ ਸੱਤਾ ਦਾ ਸਰੋਤ, ਖਾਸ ਕਰ ਰਾਜਨੀਤਿਕ ਸੰਪ੍ਰਭੂਤਾ ਅਤੇ ਧਾਰਮਿਕ ਸੱਤਾ ਦਾ ਸਰੋਤ ਪੰਥ ਵਿੱਚ ਨਿਹਿਤ ਹੈ, ਕਿਸੇ ਇਮਾਰਤ ਜਾਂ ਸੰਸਥਾ ਵਿੱਚ ਨਹੀਂ। ਪੰਥ ਗੁਰੂ ਦਾ ਹੁਕਮ ਹਰ ਇੱਕ ਉਸ ਅਸਥਾਨ ਤੋਂ ਜਾਰੀ ਹੋ ਸਕਦਾ ਹੈ ਜਿੱਥੇ ਪੰਥ ਮੌਜੂਦ ਹੈ। ਸ਼ਰਤ ਇੱਕੋ ਹੈ ਕਿ ਉਸ ਨੂੰ ਵਿਆਪਕ ਪੱਧਰ 'ਤੇ ਲਾਗੂ ਕਰਵਾਉਣ ਦਾ ਕੰਮ ਵੀ ਪੰਥਕ ਸੰਸਥਾ ਦਾ ਹੀ ਹੈ। ਪੰਜ ਪਿਆਰਿਆਂ ਦੀ ਸ਼ਕਤੀ ਵੀ ਪੰਥ ਵਿੱਚ ਹੀ ਨਿਹਿਤ ਹੈ ਅਤੇ ਇਹ ਹਰ ਉਸ ਅਸਥਾਨ ਤੋਂ ਹੁਕਮ ਦੇਣ ਵਿੱਚ ਸਮਰੱਥ ਹੈ ਜਿੱਥੋਂ ਇਹ ਸੁਤੰਤਰ ਹੋਂਦ ਅਤੇ ਮਾਹੌਲ ਵਿੱਚ ਬਿਨਾਂ ਕਿਸੇ ਆਤਮਕ, ਰਾਜਨੀਤਿਕ, ਧਾਰਮਿਕ, ਵਿਚਾਰਕ, ਬੌਧਿਕ, ਸਰੀਰਕ ਅਥਵਾ ਕਿਸੇ ਵੀ ਅੰਦਰੂਨੀ ਜਾਂ ਬਹਿਰੂਨੀ ਦਬਾਅ ਤੋਂ ਸੁਤੰਤਰ ਨਿਰਣੇ ਲੈ ਸਕਦੇ ਹੋਣ। ਸਪਸ਼ਟ ਹੈ ਕਿ ਪੰਜਾਂ ਤਖਤਾਂ ਦੀ ਰੂਹ ਪੰਥ ਵਿੱਚ ਵਸਦੀ ਹੈ। ਇਮਾਰਤਾਂ ਹੀ ਵੱਖੋ-ਵੱਖ ਥਾਵਾਂ 'ਤੇ ਹਨ, ਇਸ ਲਈ ਇਹਨਾਂ ਦੀ ਸ਼ਕਤੀ ਅਤੇ ਹੁਕਮ ਵੀ ਪੰਥ ਵਿੱਚ ਹੀ ਵਸਦਾ ਹੈ। ਪੰਥ ਆਪਣੇ ਹੁਕਮ ਨੂੰ ਸਮੁੱਚਿਤ ਬ੍ਰਹਿਮੰਡ ਵਿੱਚੋਂ ਜਿੱਥੋਂ ਮਰਜ਼ੀ ਪੰਥ ਆਪਣੀ ਸਹੂਲਤ ਮੁਤਾਬਕ ਜਾਰੀ ਕਰ ਸਕਦਾ ਹੈ। ਪਹਿਲਾਂ ਵੀ ਇੰਜ ਹੁੰਦਾ ਆਇਆ ਹੈ ਅਤੇ ਅੱਗੋਂ ਵੀ ਇੰਜ ਹੀ ਹੋਣਾ ਕੋਈ ਅਣਹੋਣੀ ਗੱਲ ਨਹੀਂ ਹੈ। ਜਿੱਥੇ ਗੁਰੂ ਹੈ, ਗੁਰੂ ਦਾ ਹੁਕਮ ਤਾਂ ਨਿਸ਼ਚੇ ਹੀ ਉੱਥੋਂ ਹੀ ਜਾਰੀ ਹੋਣਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਵੀ ਅਕਾਲ ਤਖਤ ਦੇ ਨਿਰਮਾਣ ਤੋਂ ਬਾਅਦ ਤਖਤ ਦੀਆਂ ਕਾਰਵਾਈਆਂ ਆਪਣੇ ਨਿਵਾਸ ਅਸਥਾਨ ਕੀਰਤਪੁਰ ਸਾਹਿਬ ਤੋਂ ਚਲਾਉਂਦੇ ਰਹੇ ਹਨ। ਉਪਰੰਤ ਸਿੱਖ ਵਿਰਸਾ ਅਜਿਹੀਆਂ ਮਿਸਾਲਾਂ ਨਾਲ ਲਬਰੇਜ਼ ਹੈ। ਇਹ ਸਾਖਤੀ ਸੋਚ ਹੈ ਕਿ ਪੰਥ ਆਪਣੀ ਗੁਰਿਆਈ ਨਿਭਾਉਣ ਦਾ ਹੁਕਮ ਸਿਰਫ ਤਖਤ ਤੋਂ ਹੀ ਜਾਰੀ ਕਰ ਸਕਦਾ ਹੈ। ਅਕਾਲ ਰਚਿਤ ਸਮੁੱਚਾ ਬ੍ਰਹਿਮੰਡ ਪੰਥ ਦਾ ਨਿਵਾਸ ਹੈ ਅਤੇ ਪੰਥ ਜਿੱਥੋਂ ਆਪਣੇ ਨਿਰਣੇ ਸੁਤੰਤਰ ਰੂਪ ਵਿੱਚ ਕਰ ਸਕਦਾ ਹੈ ਉੱਥੋਂ ਹੀ ਗੁਰਿਆਈ ਨਿਭਾਉਣ ਲਈ ਆਜ਼ਾਦ ਹੈ। ਇਹ ਗੁਰਪੰਥ ਦਾ ਏਕਾਧਿਕਾਰੀ ਨਿਰਣੇ ਦਾ ਵਿਸ਼ੇਸ਼ਾਧਿਕਾਰ ਹੈ। ਇਸ ਲਈ ਗੁਰਜੁਗਤ, ਪੰਥ, ਤਖਤ, ਹੁਕਮ ਇੱਕ ਦੂਸਰੇ ਵਿੱਚ ਸਮੂਹਿਤ ਹਨ, ਇੱਕ ਦੂਜੇ ਵਿੱਚ ਹੀ ਪਰਸਫੁਟਤ ਹੁੰਦੇ ਹਨ। ਵਾਸਤਵ ਵਿੱਚ ਇਹ ਇੱਕ ਸਰੀਰ ਰੂਪੀ ਅਜਿਹਾ ਅੰਗ ਹਨ ਜਿਸ ਵਿੱਚ ਕਿਸੇ ਨੂੰ ਵੀ ਜੁਦਾ ਨਹੀਂ ਕੀਤਾ ਜਾ ਸਕਦਾ। ਇੱਥੇ ਇਹ ਵੀ ਸਪਸ਼ਟ ਤੌਰ 'ਤੇ ਸਮਝਣਾ ਲਾਜ਼ਮੀ ਹੈ ਕਿ ਨਾ ਤਾਂ ਅਕਾਲ ਤਖਤ ਸਾਹਿਬ ਜਾਂ ਹੋਰ ਤਖਤ ਹੀ ਪੰਥ ਹਨ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਅਜਿਹੀਆਂ ਕਮੇਟੀਆਂ ਹੀ ਪੰਥ ਹੋ ਸਕਦੀਆਂ ਹਨ। ਇਹ ਪੰਥ ਦਾ ਰੁਤਬਾ ਇਸ ਲਈ ਨਹੀਂ ਰੱਖ ਸਕਦੀਆਂ ਕਿਉਂਕਿ ਇਹ ਖੁਦ ਦੁਨਿਆਵੀ ਸਰਕਾਰਾਂ ਦੀ ਅਧੀਨਤਾ ਵਾਲੇ ਕਾਨੂੰਨ ਵਿੱਚ ਬੱਝੀਆਂ ਹਨ। ਪੰਥ ਸਵੈਧੀਨਤਾ ਵਿੱਚ ਸੰਪ੍ਰਭੂ ਹੋਂਦ ਰੱਖ ਕੇ ਉਤਪਤ ਹੁੰਦਾ ਹੈ। ਪੰਥ ਵਿੱਚ ਇਹਨਾਂ ਦੀ ਪ੍ਰਤੀਨਿਧ ਸ਼ਮੂਲੀਅਤ ਤਾਂ ਸਵੀਕਾਰਨਯੋਗ ਹੈ, ਪਰ ਇਹ ਆਪਣੇ ਆਪ ਨੂੰ ਪੰਥ ਨਹੀਂ ਕਹਿ ਸਕਦੀਆਂ। ਖਾਲਸਾ ਆਪਣੇ ਉੱਪਰ ਤਖਤਧਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਪ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਮੁਤਾਬਕ ਅਤੇ ਤਖਤ ਸਲਾਮ ਹੋਵੇ ਦਿਨ ਰਾਤੀ ਦੇ ਮਹਾਵਾਕ ਅਨੁਸਾਰ ਪੰਥ ਦੇ ਸਿਰ ਤੇ ਚਵਰ ਚੁਲਵਾਏਗਾ। ਗੁਰਤਾ ਦੀ ਵਰੇਗੰਢਾ ਮਨਾਉਣ ਦਾ ਮਨੋਰਥ ਤਾਂ ਹੀ ਪ੍ਰਾਪਤ ਹੁੰਦਾ ਹੈ। ਪੰਥ ਖਾਲਸੇ ਦੀ ਇਹੋ ਇੱਕੋ ਇੱਕ ਖਾਲਿਸਤਾਨੀ ਵਿਰਾਸਤ ਹੈ ਜਿਸ ਨੂੰ ਅਸੀਂ ਧਾਰਨ ਕਰਨਾ ਹੈ। ਖਾਲਸਾ ਬਣਨਾ ਹੈ, ਪੰਥ ਜਿਉਂਦਾ ਕਰਨਾ ਹੈ। ਆਓ ਗੁਰੂ ਗ੍ਰੰਥ ਸਾਹਿਬ ਨੂੰ ਆਤਮਕ ਜੋਤ ਵਿੱਚ ਗੁਰੂ ਧਾਰੀਏ। ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਗੁਰੂ ਗ੍ਰੰਥ ਸਾਹਿਬ ਵਿਚਲਾ ਸੱਚ ਹੈ ਜਿਸ ਨੂੰ ਲੋਕਾਈ ਆਮ ਕਰਕੇ ਅਤੇ ਸਿੱਖ ਖਾਸ ਕਰਕੇ ਸਮਝ ਨਹੀਂ ਪਾਏ ਹਨ। ਬਾਣੀ ਇੱਕ ਉਸ ਆਦ ਸੱਚ ਦਾ ਆਰੰਭ ਹੈ ਜਿਸ ਰਾਹੀਂ ਅਕਾਲ ਦੀ ਸਦਾ ਕਾਇਮ ਰਹਿਣ ਵਾਲੀ ਸੱਤਾ ਦੀ ਸੱਭਿਅਤਾ ਦਾ ਆਰੰਭ ਹੁੰਦਾ ਹੈ। ਇਹ ਅਕਾਲ ਦੀ ਨਿਰੋਲ ਬ੍ਰਹਿਮੰਡ ਲਈ ਅਤੇ ਬ੍ਰਹਿਮੰਡ ਦੇ ਹਰ ਇੱਕ ਕਣ ਲਈ ਕਰਤੇ ਦੀ ਸੱਭਿਅਤਾ ਦੇ ਆਚਾਰ ਵਿਹਾਰ ਦੀ ਮੂਲ ਬਣਤਰ ਦਾ ਉਹ ਭੂਕੰਪੀ ਧੁਰਾ ਹੈ ਜੋ ਨਾਨਕਸ਼ਾਹੀ ਸੰਵਾਦ ਰਾਹੀਂ ਪਿਛਲੇ 540 ਤੋਂ ਵੱਧ ਸਾਲਾਂ ਤੋਂ ਅਡੋਲ ਖੜਾ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਆਪਣੀ ਇੱਕ ਓਅੰਕਾਰ ਦੀ ਨਾਦ ਦੀ ਕੰਪਨ ਨਾਲ ਬ੍ਰਹਿਮੰਡ ਵਿੱਚ ਕਰਤਾ ਪੁਰਖ ਦੇ ਆਦ ਸੱਚ ਦਾ ਨਿਰਭਉ, ਨਿਰਵੈਰ ਅਤੇ ਸਹਿਭੰਗ ਪਾਸਾਰਾ ਕਰ ਗੁਰਪ੍ਰਸਾਦ ਰਾਹੀਂ ਵਣ ਤ੍ਰਿਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਈ ਦਾ ਸਮਾਜ ਸਿਰਜਣ ਕਰ ਰਹੀ ਹੈ ਜਿਸ ਦੇ ਨਕਸ਼ ਨੁਹਾਰ, ਅਕਸ, ਸੁਭਾਅ ਅਤੇ ਆਚਰਨ ਦਾ ਪ੍ਰਤੀਬਿੰਬ ਹੈ ਪ੍ਰਤੱਖ ਖਾਲਸਾ।
ਖਾਲਸਾ ਦਾ ਅਰਥ ਸ਼ੁੱਧ ਨਹੀਂ ਹੈ। ਇਹ ਗੁਰਮੁਖ ਰੂਪ ਵਿੱਚ ਇਹ ਕਰਤੇ ਦੀ ਬ੍ਰਹਮੰਡੀ ਕਿਰਤ ਦਾ ਪ੍ਰਾਇਵਾਚੀ ਸੱਚ ਹੈ। ਵਣ ਤ੍ਰਿਣ ਤ੍ਰਿਭਵਨ ਕੀਤੋਂ ਹਰਿਆ, ਕਰਨ ਹਾਰ ਖਿਨ ਭੀਤਰ ਕਰਿਆ। ਗੁਰਮੁਖ ਨਾਨਕ ਤਿਸੈ ਅਰਾਧੈ, ਮਨ ਕੀ ਆਸ ਪੁਜਾਏ ਜਿਉ। ਮਨੁੱਖੀ ਨਸਲ ਦੀ ਮੂਲ ਸੱਭਿਅਤਾ ਦਾ ਸਰੋਤ ਦਾ ਧੁਰਾ ਹੈ। ਪਿਛਲੇ ਲਗਭਗ 300 ਸਾਲਾਂ ਵਿੱਚ ਜਿਸ ਦੇ ਨਕਸ਼-ਨੁਹਾਰ ਸਿੱਖ ਕੌਮ ਪੈਦਾ ਨਹੀਂ ਕਰ ਸਕੀ, ਪੂਰੀ ਦੀ ਪੂਰੀ ਇੱਕ ਸਦੀ ਖਾਲਸਾ ਕਾਲਜ ਦੀ ਪੌਣੀ ਸਦੀ ਤੋਂ ਵੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦੇਸ਼ਾਂ, ਹੁਕਮਾਂ ਅਤੇ ਸਿਧਾਂਤਾਂ ਮੁਤਾਬਕ ਸਮਾਜ ਸਿਰਜਣਾ ਕਰਨ ਵਿੱਚ ਨਾਕਾਮ ਰਹੀਆਂ ਹਨ। ਇਹੋ ਹਾਲ ਤਖਤ ਸੱਚਖੰਡ, ਸ੍ਰੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦੀਆਂ ਕਮੇਟੀਆਂ ਦਾ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੀ ਇਸੇ ਦੀ ਹੀ ਸ਼ਿਕਾਰ ਚਲੀ ਆ ਰਹੀ ਹੈ। ਹਾਲਾਂਕਿ 20ਵੀਂ ਸ਼ਤਾਬਦੀ ਦੇ 70ਵੇਂ ਦਸ਼ਕ ਤੱਕ ਸਿੰਘ ਸਭਾਵਾਂ ਜ਼ਿਆਦਾ ਸੁਚੇਤ ਰਹੀਆਂ ਸਨ, ਪਰ ਇਹ ਹੌਲੀ-ਹੌਲੀ ਅਕਾਲੀ ਦਲ ਦੀ ਧੜੇਬੰਦਕ ਪਿਛਲੱਗ ਵਿੱਚ ਤਬਦੀਲ ਕਰ ਦਿੱਤੀਆਂ ਗਈਆਂ ਹਨ। ਇਸ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜਾਬ ਵਿਚਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਦੀ ਬਣਦੀ ਸੀ, ਜੋ ਪੂਰੀ ਤਰ੍ਹਾਂ ਅਸਫਲ ਰਹੇ ਹਨ, ਜਿਸ ਦਾ ਮੁੱਖ ਕਾਰਨ ਸਿੱਖਾਂ ਵਿੱਚ ਅੱਡਰੇਪਣ, ਵਿਲੱਖਣਤਾ ਅਤੇ ਅੱਡ ਕੌਮੀਅਤਾਂ ਦਾ ਸਿਰਫ ਨਾਅਰੇ ਦੇ ਤੌਰ ਤੇ ਸਿੱਖ ਵਿਸ਼ਵਾਸ ਦਾ ਸ਼ੋਸ਼ਣ ਕਰਨ ਦਾ ਮਨੋਰਥ ਹੀ ਮੁੱਖ ਜ਼ਿੰਮੇਵਾਰ ਹੈ। ਇਸ ਹਿੱਤ ਲੋੜੀਂਦੇ ਹਾਲਾਤ, ਵਿਚਾਰ, ਬੁੱਧੀਮਤਾ, ਵਾਤਾਵਰਣ ਅਤੇ ਸੋਚ ਦੇ ਨਿਰਧਾਰਨ ਦੇ ਨਾਲ ਹੀ ਨਾਲ ਇਸ ਨੂੰ ਵਿਹਾਰਕ ਤੌਰ ਤੇ ਅਪਣਾਉਣ ਤੋਂ ਸਿੱਖ ਲੀਡਰਸ਼ਿਪ ਦੀ ਹਰ ਇੱਕ ਖੇਤਰ ਦੀ ਇਕਾਈ ਭੱਜਦੀ ਰਹੀ ਹੈ। ਇਸ ਦਾ ਆਲਾ ਦੁਆਲਾ ਗੁਰਮਤ ਅਨੁਰੂਪ ਸਿਰਜਣ ਤੋਂ ਭੱਜਦੀ ਰਹੀ ਹੈ। ਇਸ ਪੜਾਅ ਤੇ ਸਿੱਖ ਕੌਮ ਇੱਕ ਖਲਨਾਇਕ ਦੀ ਭੂਮਿਕਾ ਅਦਾ ਕਰਦੀ ਨਜ਼ਰ ਆਉਂਦੀ ਹੈ। ਸਿੱਖ ਜਿਸ ਨੂੰ ਗੁਰੂ ਮੰਨਦੇ ਹਨ, ਉਸ ਨੂੰ ਆਪਣੇ ਚਿੱਤ, ਮਤ, ਬੁੱਧ ਅਤੇ ਮਾਨਸਿਕਤਾ ਵਿੱਚ ਗੁਰੂ ਧਾਰਦੇ ਨਹੀਂ ਹਨ। ਸਿੱਖਾਂ ਦਾ ਆਪਣੇ ਹੀ ਗੁਰੂ ਗ੍ਰੰਥ, ਗੁਰੂ ਪੰਥ ਸਾਹਿਬ ਨਾਲ ਇਹੋ ਹੀ ਵਰਤਾਰਾ ਚੱਲ ਰਿਹਾ ਹੈ। ਸਿੱਖ ਸਮਾਜ ਦੇ ਬਹੁਗਿਣਤੀ ਤਬਕੇ ਦੇ ਚਿੱਤ ਅਤੇ ਮਾਨਸਿਕਤਾ ਵਿੱਚ ਹੁਣ ਦੇਹਧਾਰੀ ਸੰਤ ਸਾਧ ਵੜ ਚੁੱਕਾ ਹੈ। ਸਿੱਖ ਦੀ ਆਰਾਧਨਾ ਅਤੇ ਧਾਰਮਿਕਤਾ ਦਾ ਧੁਰਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਆ ਹੈ, ਪਰ ਸਿੱਖ ਦਾ ਵਿਸ਼ਵਾਸ, ਨਿਸ਼ਚਾ ਅਤੇ ਭਰੋਸਾ ਵਰਤਮਾਨ ਵਿੱਚ ਦੇਹਧਾਰੀ ਪਾਖੰਡ ਦੀ ਗਿਰਫਤ ਵਿੱਚ ਹੈ, ਜਿਸ ਦੀ ਪ੍ਰਤੀਨਿਧਤਾ ਪਾਖੰਡ ਦੀ ਦੁਕਾਨ ਚਲਾ ਰਿਹਾ ਅਧਰਮੀ ਸੰਤ ਸਮਾਜ ਕਰਦਾ ਹੈ। ਸਿੱਖ ਧਰਮ ਅਨੁਸਾਰ ਗੁਰਮਤ ਵਿੱਚ ਸੰਤ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ, ਅਕਾਲ ਪੁਰਖ ਅਤੇ ਸਮੂਹਕ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਬੈਠੀ ਸਮੂਹ ਸੰਗਤ ਨੂੰ ਹੀ ਮੰਨਿਆ ਗਿਆ ਹੈ, ਕਿਸੇ ਵੀ ਇੱਕ ਵਿਅਕਤੀ ਨੂੰ ਨਹੀਂ। ਬ੍ਰਾਹਮਣੀ ਅਤੇ ਸਾਕਤੀ ਸੋਚ ਤੋਂ ਸਿੱਖ ਪਿਛਲੀਆਂ ਸਦੀਆਂ ਵਿੱਚ ਬਾਹਰ ਨਹੀਂ ਨਿਕਲ ਸਕੇ। ਇੱਥੇ ਦੇਹਧਾਰੀ ਵਿਚੋਲੇ ਆਪਣੀ ਕਾਰਗੁਜ਼ਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਹੀ ਸਿੱਖਿਆਵਾਂ ਅਤੇ ਜੀਵਨ ਜਾਚ ਦੇ ਵਿਰੁੱਧ ਬੜੇ ਹੀ ਕਾਰਗਰ ਤਰੀਕੇ ਨਾਲ ਚਲਾ ਰਹੇ ਹਨ। ਇਹ ਗੱਲ ਸਿੱਖਾਂ ਲਈ ਹੈ ਬੜੀ ਕੌੜੀ, ਪਰ ਹੈ ਸੱਚ। ਕੁਝ ਸੰਤਾਂ, ਮਹਾਂਪੁਰਖਾਂ ਅਤੇ ਡੇਰਿਆਂ ਦੇ ਨਾਮ ਥੱਲੇ ਕਾਇਮ ਹੋ ਚੁੱਕੀਆਂ ਸੰਗਤਾਂ ਇਸ ਦੀ ਸਪਸ਼ਟ ਅਤੇ ਹਕੀਕੀ ਮਿਸਾਲ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਨਾ ਹੋ ਕੇ ਸੰਤ ਵਿਸ਼ੇਸ਼ ਦੀ ਸੰਗਤ ਬਣ ਕੇ ਰਹਿ ਗਈ ਹੈ। ਇੰਜ ਮੰਜੀਆਂ ਦੀਆਂ ਸੰਗਤਾਂ ਸਿੱਖੀ ਭੇਸ ਵਿੱਚ ਕਾਇਮ ਹੋ ਚੁੱਕੀਆਂ ਹਨ। ਇਹ ਦੁਕਾਨਦਾਰੀਆਂ ਦੀ ਡਿੱਬਾਬੰਦ ਆਪੋ ਆਪਣੀ ਸਰਕਾਰੀ ਤੌਰ ਤੇ ਰਜਿਸਟਰਡ ਟ੍ਰੇਡਮਾਰਕਾ ਉਹ ਧਾਰਾ ਹੈ ਜਿਸ ਵਿੱਚੋਂ ਨਾਮਧਾਰੀਏ ਨਿਕਲੇ, ਨਿਰੰਕਾਰੀਏ ਨਿਕਲੇ, ਨਾਨਕਸਰੀਏ ਨਿਕਲੇ, ਰਾਧਾ ਸੁਆਮੀ ਨਿਕਲੇ, ਬਿਆਸੀਏ ਅਤੇ ਸਰਸੇ ਵਾਲੇ ਨਿਕਲੇ ਤੇ ਹੁਣੇ ਨੀਲ ਪੰਥੀਏ ਨਿਕਲੇ ਹਨ। ਅੱਗੇ ਹੋਰ ਬਹੁਤ ਸਾਰੇ ਫਿਰਕੇ ਇਹਨਾਂ ਅਖੌਤੀ ਸੰਤਾਂ, ਸਾਧਾਂ ਅਤੇ ਡੇਰੇਦਾਰਾਂ ਰਾਹੀਂ ਤਿਆਰ ਕੀਤੇ ਜਾ ਚੁੱਕੇ ਹਨ। ਇਹ ਸਭ ਤੋਂ ਵੱਡਾ ਖੌਰਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਧਾਰਮਿਕਤਾ ਨੂੰ, ਅਤੇ ਇਹ ਸਭ ਤੋਂ ਵੱਡੀ ਸਿੱਖ ਕੌਮ ਦੇ ਅੰਦਰੋਂ ਹੀ ਚੁਣੌਤੀ ਹੈ ਧੁਰਕੀ ਬਾਣੀ ਦੀ ਸਰਬ ਵਿਆਪੀ ਅਤੇ ਸਰਬ ਪੱਖੀ ਸੱਤਾ ਦੇ ਹਲੇਮੀ ਰਾਜ ਦੀ ਬਹਾਲੀ ਲਈ ਅਕਾਲ ਨਮਿਤ ਪੰਥਕ ਰਾਜਨੀਤੀ ਦੇ ਖਾਲਿਸਤਾਨੀ ਅਮਲ ਨੂੰ। ਕੀ ਸਿੱਖ ਇਸ ਕਮੀ ਨੂੰ ਕਰੜੇ ਹੱਥੀਂ ਦੂਰ ਕਰ ਸਕਣਗੇ? ਇਸ ਤੋਂ ਬਿਨਾਂ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਬਤੌਰ ਗੁਰੂ ਧਾਰ ਨਹੀਂ ਸਕਣਗੇ। 300-400 ਸਾਲਾਂ ਸ਼ਤਾਬਦੀਆਂ ਮਨਾਉਣਾ ਤਾਂ ਹੀ ਸਫਲ ਹੋ ਸਕੇਗਾ, ਨਹੀਂ ਤਾਂ ਸਭ ਗਲੈਮਰੀ ਦਿਖਾਵੇ ਵਿੱਚ ਸੱਤਿਆਨਾਸ਼ੀ ਬਣ ਕੇ ਪ੍ਰਤੱਖ ਆਵੇਗਾ।
ਅੱਜ ਤਾਂ ਸਵਾਲ ਇਹ ਵੀ ਪੈਦਾ ਹੋ ਚੁੱਕਾ ਹੈ ਕਿ ਕੀ ਗਲੈਮਰ ਦੇ ਛਲਾਵੇ ਵਿੱਚ ਪਏ ਸਿੱਖ ਇਸ ਨੂੰ ਸਮਝ ਸਕਣਗੇ। ਗੁਰੂ ਗ੍ਰੰਥ ਸਾਹਿਬ ਜੀ ਸਦਾ ਚਿਰੰਜੀਵ ਕਾਇਮ ਰਹਿਣ ਵਾਲੀ ਜੀਵਨ ਧਾਰਾ ਹੈ, ਜੋ ਖਾਸ ਕਰਕੇ ਮਨੁੱਖ ਨੂੰ ਅਤੇ ਸਮੁੱਚੇ ਬ੍ਰਹਿਮੰਡ ਨੂੰ ਹਰ ਪੜਾਅ, ਹਰ ਇੱਕ ਖੇਤਰ ਅਤੇ ਹਰ ਇੱਕ ਮੁਸ਼ਕਿਲ ਤੇ ਭਰਪੂਰ, ਸਾਰਥਕ, ਗੁਣਾਤਮਕ, ਵਿਵਹਾਰਕ ਅਤੇ ਸਦਾ ਕਾਇਮ ਰਹਿਣ ਵਾਲੀ ਅਗਵਾਈ ਪ੍ਰਦਾਨ ਕਰਦੇ ਹਨ। ਇਹ ਅਕਾਲ ਦੀ ਸਿਵਿਲਾਈਜੇਸ਼ਨ ਦਾ ਆਰੰਭ ਹੈ, ਜਿਸ ਦੇ ਵਿਵਹਾਰਕ ਨਕਸ਼-ਨੁਹਾਰ ਇਸ ਨੂੰ ਪਰਣਾਏ ਅਤੇ ਗੁਰੂ ਧਾਰਨ ਕਰਨ ਵਾਲੇ ਖਾਲਸੇ ਨੇ ਪ੍ਰਗਟ ਕਰਨੇ ਹਨ, ਜਿਸ ਦਾ ਪਾਸਾਰਾ ਖਾਲਿਸਤਾਨ ਹੈ। ਦੁਨੀਆ ਵਿੱਚ ਹਰ ਇੱਕ ਸਿਵਿਲਾਈਜੇਸ਼ਨ ਨੂੰ ਪ੍ਰਫੁੱਲਤ ਹੋਣ ਲਈ ਸਮਾਂ, ਸਥਾਨ, ਸ਼ਾਂਤੀ, ਸਥਿਰਤਾ ਅਤੇ ਇਸ ਨੂੰ ਪਰਣਾਏ ਵਿਜ਼ਨ ਵਾਲੀ ਸੱਤਾ ਦੀ ਲੋੜ ਪੈਂਦੀ ਹੈ, ਚਾਹੇ ਫਿਰ ਉਹ ਮੋਹਿੰਜ-ਦਾੜੋ ਦੀ ਸੱਭਿਅਤਾ ਹੋਵੇ, ਹੜੱਪਾ ਦੀ ਜਾਂ ਯੂਨਾਨ ਦੀ। ਹਰ ਸੱਭਿਅਤਾ ਨੂੰ ਆਪੇ ਦੇ ਪ੍ਰਗਟਾ ਲਈ ਇਸ ਦੀ ਆਪਣੀ ਸਹਿ-ਭੰਗ ਸੱਤਾ ਦੀ ਲੋੜ ਪੈਂਦੀ ਹੈ। ਇਸ ਲੋੜ ਦੀ ਪੂਰਤੀ ਸਿੱਖ ਸਮਾਜ ਨੇ ਗੁਰਮਤਿ ਦੇ ਖਾਸੇ ਦੇ ਪ੍ਰਗਟਾ ਹਿੱਤ ਕਰਨੀ ਹੈ। ਇਸ ਸਿਵਿਲਾਈਜੇਸ਼ਨ ਦਾ ਆਰੰਭ ਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਆਦੇਸ਼ਾਂ ਮੁਤਾਬਕ ਖਾਲਿਸਤਾਈਤਾ ਦੇ ਆਲੇ-ਦੁਆਲੇ ਵਿੱਚ ਖਿੜਨ ਵਾਲਾ ਸਦੀਵੀ ਮਨੁੱਖੀ ਸ਼ਾਂਤੀ ਦਾ ਸਰੋਤ ਖਾਲਿਸਤਾਨ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦਾ ਮੂਲ ਹੈ, ਜੋ ਪਿਛਲੇ 400 ਸਾਲਾਂ ਤੋਂ ਸਿੱਖ ਕੌਮ ਨੂੰ ਵੰਗਾਰ ਰਿਹਾ ਹੈ। ਪੰਜੇ ਬਦੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਿਓ ਖੜੋਆ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ। ਦਿਨ ਰੈਣ ਨਾਮ ਧਿਆਏ ਦਾ, ਫਿਰ ਪਾਏ ਨਾ ਮੋਆ। ਜਿਸ ਤੇ ਉਪਜਿਆ ਨਾਨਕਾ, ਸੋਈ ਫਿਰ ਹੋਆ। ਦੇ ਸੰਦੇਸ਼ ਦਾ ਇਹ ਗੁਰਮਤਿ ਵਿੱਚੋਂ ਨਿਕਲਿਆ ਜਵਾਬ ਹੈ। ਖਾਲਸੇ ਦੀ ਖਾਲਿਸਤਾਨੀ ਸਿਵਿਲਾਈਜੇਸ਼ਨ ਦਾ ਇਹੋ ਹੀ ਸਿੱਖੀ ਖਾਸਾ ਹੈ। ਕਿੱਥੋਂ ਉਪਜੈ ਕਹਿ ਰਹਿ, ਕਹਿ ਮਾਹੇ ਸਮਾਵੈ। ਜੀ ਜੰਤ ਸਭ ਖਸਮ ਕੈ, ਕੌਣ ਕੀਮਤ ਪਾਵੈ। ਕਹਿਨ ਧਿਆਇਨ ਸੁਣਨ, ਨਿਤ ਸੇ ਭਗਤ ਸੁਹਾਵੈ। ਅਗਮ ਅਗੋਚਰ ਸਾਹਿਬੋ, ਦੂਸਰ ਲਵੈ ਨਾ ਲਾਵੈ। ਸੱਚ ਪੂਰੈ ਗੁਰ ਉਪਦੇਸਿਆ, ਨਾਨਕ ਸੁਣਾਵੈ। ਕੀ ਸਿੱਖ ਸਮਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਵਿਜ਼ਨ ਨੂੰ ਆਪਣੀ ਚੇਤਨਾ ਵਿੱਚ, ਜੀਵਨ ਅਮਲ ਵਿੱਚ ਧਾਰਨ ਕਰੇਗਾ? ਅਗਰ ਇਸ ਦਾ ਜਵਾਬ ਹਾਂ ਵਿੱਚ ਹੈ, ਤਾਂ ਹੀ ਇਹ ਸਿੱਖ ਸਮਾਜ ਆਪਣੇ ਗੁਰੂ ਨੂੰ ਧਾਰਨ ਕਰ ਸਕੇਗਾ, ਨਹੀਂ ਤਾਂ ਭੇਖੀ ਦਾ ਭੇਖੀ ਹੀ ਰਹਿ ਜਾਵੇਗਾ। ਇਸੇ ਲਈ ਹੀ ਗੁਰੂ ਕਹਿੰਦਾ ਹੈ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਹਿ ਕਰੂੰ ਇਨਕੀ ਪ੍ਰਤੀਤ। ਅਸੀਂ ਗੁਰੂ ਦੀ ਪ੍ਰਤੀਤ ਦੇ ਹੱਕਦਾਰ ਬਣਨਾ ਹੈ। ਸ਼ਤਾਬਦੀਆਂ ਅਤੇ ਨਾਰਿਆਂ ਵਿੱਚ ਉਲਝੀ ਅਤੇ ਉਲਝਾਈ ਜਾ ਚੁੱਕੀ ਕੌਮ ਹੁਣ ਉਦੋਂ ਤੱਕ ਜਾਗਰਤ ਨਹੀਂ ਕੀਤੀ ਜਾ ਸਕਦੀ, ਜਦ ਤੱਕ ਇਹ ਸਿੱਖ ਖੁਦ ਪੰਥ ਗੁਰੂ ਨੂੰ ਵੀ ਸਰੀਰ ਰੂਪ ਵਿੱਚ ਜੋਤ ਗੁਰੂ ਦੇ ਹੁਕਮ ਦਾ ਪਾਸਾਰਾ ਕਰਨ ਵਾਲੀ ਗੁਰੂ ਵਰਸਾਈ ਸੱਤਾ ਨੂੰ, ਜੁਗਤ ਨੂੰ ਲਾਗੂ ਕਰਨ ਵਾਲੀ ਗੁਰੂ ਸ਼ਕਤੀ ਕਰਕੇ ਨਹੀਂ ਧਾਰਦੇ। ਖਾਲਸਾ ਮੇਰੋ ਸਤਿਗੁਰ ਪੂਰਾ, ਗੁਰੂ ਗੋਬਿੰਦ ਸਿੰਘ ਪਰ ਸਿੱਖ ਨਹੀਂ ਮੰਨਦੇ। ਇਸ ਸੰਕਲਪ ਨੂੰ ਜਦ ਤੱਕ ਖਾਲਸਾ ਆਪਣੇ ਆਚਰਣ ਵਿੱਚ ਸਿੱਖ ਕੌਮ ਵਿੱਚ ਲਾਗੂ ਨਹੀਂ ਕਰ ਲੈਂਦਾ ਅਤੇ ਅਮਲੀ ਸਿੱਖੀ ਜੀਵਨ ਵਿੱਚ ਧਾਰੀਏ ਅਤੇ ਜੀਵੀਏ ਦੀ ਮਾਨਸਿਕਤਾ ਨੂੰ ਬੁੱਧੀ ਵਿੱਚ ਪੈਦਾ ਨਹੀਂ ਕਰ ਦਿੰਦਾ, ਉਦੋਂ ਤੱਕ ਇਸ ਦਾ ਪੈਂਡਾ ਦੂਰ ਹੀ ਹੁੰਦਾ ਰਹੇਗਾ। ਵਿਸ਼ਵ ਵਿਆਪੀ ਸਿੱਖ ਜਗਤ ਅਤੇ ਸਿੱਖਾਂ ਦੇ ਸਾਰੇ ਹੀ ਗੁਰਦੁਆਰੇ, ਧੜੇ, ਤਖਤ ਅਤੇ ਸ਼੍ਰੋਮਣੀ ਕਮੇਟੀਆਂ ਇੱਕ ਵਾਰ ਫਿਰ ਸ਼ਤਾਬਦੀਆਂ ਮਨਾਉਣ ਦੀ ਵਾਹ-ਵਾਹੀ ਖੱਟਣ ਵਾਲੀ ਪਿਰਤ ਵਿੱਚ ਮੁੜ ਉਲਝ ਕੇ ਕੌਮ ਦਾ ਲਗਭਗ 7,000 ਕਰੋੜ ਰੁਪਇਆ ਗਰਕ ਕਰ ਚੁੱਕੀਆਂ ਹਨ। ਪੂਛਤ ਪਥਿਕ ਤਹਿ ਮਾਰਗ ਨਾ ਧਾਰੈ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਐ। ਭਾਈ ਗੁਰਦਾਸ ਜੀ ਦੇ ਇਸ ਸਵਾਲ ਅਤੇ ਲੁਕਾਈ ਦੀ ਅਜਿਹੀ ਮਾਨਸਿਕਤਾ ਦਾ ਗੁਰਬਾਣੀ ਵਿੱਚ ਜਵਾਬ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਜਿਸ ਦੀ ਵਿਆਖਿਆ ਭਾਈ ਗੁਰਦਾਸ ਜੀ ਕਰਕੇ ਦੱਸਦੇ ਹਨ। ਗੁਰਸਿੱਖੀ ਕਾ ਕਰਮ ਇਹ, ਗੁਰ ਫਰਮਾਏ ਗੁਰਸਿੱਖ ਕਰਨਾ। ਸ਼ਤਾਬਦੀਆਂ ਦਾ ਇਹ ਭੇਡ ਚਾਲੀ ਚੱਲਣ 1966 ਤੋਂ ਗੁਰੂ ਗੋਬਿੰਦ ਸਿੰਘ ਜੀ ਦੇ 300 ਸਾਲਾ ਪ੍ਰਕਾਸ਼ ਪੁਰਬ ਤੋਂ ਆਰੰਭ ਹੋ ਕੇ ਹੁਣ ਚੱਲਿਆ ਹੀ ਆਉਂਦਾ ਹੈ। ਮੈਂ ਸ਼ਤਾਬਦੀਆਂ ਮਨਾਉਣ ਦੇ ਖਿਲਾਫ ਨਹੀਂ ਹਾਂ। ਮੈਂ ਇਹਨਾਂ ਨੂੰ ਜਿਸ ਢੰਗ ਅਤੇ ਤਰੀਕੇਕਾਰ ਰਾਹੀਂ ਕੌਮ ਨੂੰ ਗੁੰਮਰਾਹ ਕਰਕੇ ਸਿੱਖੀ ਅਮਲ ਅਤੇ ਗੁਰਮਤ ਉਪਦੇਸ਼ ਤੋਂ ਦੂਰ ਲਿਜਾ ਕੇ ਮਾਰੂਥਲ ਵਿੱਚ ਸੁੱਟਿਆ ਗਿਆ ਹੈ, ਇਸ ਢੰਗ ਤਰੀਕੇ ਦੇ ਖਿਲਾਫ ਹਾਂ। ਇਸ ਰਾਹੀਂ ਕੌਮ ਨੂੰ ਸਿਵਾ ਬਰਬਾਦ ਕਰਨ ਤੋਂ ਅਤੇ ਲੀਡਰਾਂ ਨੂੰ ਆਪਣੀ ਚੌਧਰ ਅਤੇ ਪੈਸੇ ਕਮਾਉਣ ਚਮਕਾਉਣ ਦੇ
ਧਾਰਮਿਕਤਾ ਦੇ ਸ਼ੁੱਧ ਸ਼ੋਸ਼ਣਕਾਰੀ ਅਮਲ ਤੋਂ ਕੀ ਹਾਸਲ ਹੋਇਆ ਹੈ ਕਿ ਇਹਨਾਂ ਨੂੰ ਖਾਲਸੇ ਦੀ ਗੁਰ ਨਿਰਧਾਰਿਤ ਕੀਤੀ ਮੰਜ਼ਿਲ ਦੀ ਪ੍ਰਾਪਤੀ ਨਿਮਿਤ ਠੋਸ ਪ੍ਰੋਗਰਾਮ ਅਤੇ ਵਿਉਂਤਬੰਦੀ ਨਹੀਂ ਸੀ ਦਿੱਤੀ ਜਾ ਸਕਦੀ। ਮੇਰੇ ਚਿੰਤਨ ਦਾ ਵਿਸ਼ਾ ਇਹੋ ਰਿਹਾ ਹੈ ਅਤੇ ਹੈ। ਜਰਾ ਸੋਚੋ, 1969 ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 500 ਸਾਲਾ ਪ੍ਰਕਾਸ਼ ਪੁਰਬ, 1975 ਵਿੱਚ 300 ਸਾਲਾ ਸ਼ਹੀਦੀ ਪੁਰਬ ਗੁਰੂ ਤੇਗ ਬਹਾਦਰ ਸਾਹਿਬ ਜੀ, 400 ਸਾਲਾਂ ਦਾ ਸਥਾਪਨਾ ਦਿਨ ਸ਼੍ਰੀ ਅੰਮ੍ਰਿਤਸਰ ਸ਼ਹਿਰ, 1979 ਵਿੱਚ ਗੁਰੂ ਅਮਰਦਾਸ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ, 1999 ਵਿੱਚ ਪੰਥ ਖਾਲਸੇ ਦੀ ਸਾਜਨਾ ਦਾ 300 ਸਾਲਾ, ਅਪ੍ਰੈਲ 2004 ਵਿੱਚ ਗੁਰੂ ਅਮਰਦਾਸ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਪਹਿਲੇ ਪ੍ਰਕਾਸ਼ ਪੁਰਬ, ਜੋ ਹੈ ਹੀ ਨਹੀਂ ਸੀ ਕਿਉਂਕਿ ਇਹ ਤਾਂ ਪੋਥੀ ਦੇ ਪਹਿਲੇ ਪ੍ਰਕਾਸ਼ ਦਾ ਦਿਨ ਹੈ, ਦੇ ਸ਼ਤਾਬਦੀ ਸਮਾਰੋਹ ਜਾਹੋ ਜਲਾਲ ਤੇ ਸ਼ਾਨੋ ਸ਼ੌਕਤ ਨਾਲ ਦੁਨਿਆਵੀ ਪੱਧਰ ਤੇ ਤਾਂ ਮਨਾਉਣ ਵਿੱਚ ਕਾਮਯਾਬ ਰਹੇ ਹਾਂ, ਪਰ ਅਵਰ ਉਪਦੇਸੈ ਆਪ ਨਾ ਕਰੈ ਵਿੱਚ ਜਕੜਿਆ ਸਿੱਖ ਪ੍ਰਾਪਤੀ ਦੇ ਪੱਧਰ ਤੇ ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਸੱਭਿਅਤਾ ਦੇ ਪੱਖੋਂ ਪਛੜ ਕੇ ਸਿਫਰ ਦੇ ਕੰਢੇ ਆਣ ਖੜਾ ਨਹੀਂ ਹੋ ਗਿਆ ਹੈ। ਸ਼ਤਾਬਦੀਆਂ ਮਨਾਉਣੀਆਂ ਚੰਗੀ ਗੱਲ ਹੈ, ਪਰ ਇਹ ਲਾਹੇਵੰਦ ਤਾਂ ਹੀ ਹਨ ਜੇ ਇਹਨਾਂ ਤੋਂ ਅਸੀਂ ਸਮਾਜ ਨੂੰ, ਸ਼ਹਿਰੀਆਂ ਨੂੰ, ਪੰਥ ਨੂੰ, ਧਰਮ ਨੂੰ ਅਤੇ ਕੌਮ ਨੂੰ ਕੋਈ ਕੌਮੀ ਦੇਣ ਦੇ ਸਕੀਏ। ਵੇਖਣ ਵਿੱਚ ਸਿਰਫ ਇਹੋ ਆਉਂਦਾ ਹੈ ਕਿ ਸ਼ਤਾਬਦੀਆਂ ਦੇ ਨਾਂ ਉੱਤੇ ਅਸੀਂ ਆਪਣੇ ਹੀ ਸ਼ਹਿਰੀਆਂ ਦਾ, ਧਰਮ ਦਾ ਤੇ ਸਮਾਜ ਦਾ ਰੱਜ ਕੇ ਸ਼ੋਸ਼ਣ ਕਰਦੇ ਹਾਂ ਅਤੇ ਉਸ ਨੂੰ ਨਿਚੋੜ ਕੇ ਚੁਰਾਹੇ ਤੇ ਬੇਜਾਨ ਸੁੱਟ ਆਉਂਦੇ ਹਾਂ। ਦੁਬਾਰਾ ਕੋਈ ਬਾਤ ਪੁੱਛਣ ਵੀ ਨਹੀਂ ਜਾਂਦਾ ਤੇ ਇੰਜ ਕੌਮ ਉਸੇ ਨਿਗਾਰ ਵਿੱਚ ਇੱਕ ਹੋਰ ਗੋਤਾ ਲਾ ਬਹਿੰਦੀ ਹੈ ਜਿਸ ਵਿੱਚ ਪਹਿਲਾਂ ਹੀ ਉਹ ਨੱਕੋ ਨੱਕ ਹੋਈ ਫਿਰਦੀ ਹੈ। ਜਿਵੇਂ ਮੈਂ ਉੱਪਰ ਜ਼ਿਕਰ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਸ਼ਤਾਬਦੀ ਜਿਹੜੀ ਕਿ ਹੈ ਹੀ ਨਹੀਂ ਸੀ ਕਿਉਂਕਿ ਇਹ ਪੋਥੀ ਦੇ ਪ੍ਰਕਾਸ਼ ਦਾ ਦਿਹਾੜਾ ਸੀ, ਗੁਰੂ ਗ੍ਰੰਥ ਸਾਹਿਬ ਜੀ ਦੇ ਨਹੀਂ 400 ਸਾਲਾ ਮਨਾਉਣ ਤੋਂ ਬਾਅਦ ਆਪਣੀ ਸਿਆਣਪ ਦੇ ਅਖੌਤੀ ਬੁੱਧੀਜੀਵੀਆਂ ਨੇ ਆਪਣੇ ਝੰਡੇ ਬੁਲੰਦ ਕੀਤੇ ਅਤੇ 2008 ਵਿੱਚ ਫਿਰ 100 ਸਾਲ ਪਿੱਛੇ ਜਾ ਕੇ ਦੁਬਾਰਾ 300 ਸ਼ਤਾਬਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨਿਮਿਤ ਗੁਰਿਆਈ ਦੀ ਮਨਾਈ ਗਈ। ਮੈਂ ਇਸ ਪੱਖ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਤਖਤ ਸ਼੍ਰੀ ਹਜ਼ੂਰ ਸਾਹਿਬ ਤੱਕ ਅਤੇ ਸਾਰੀਆਂ ਹੀ ਪੰਥਕ ਗੁਰਦੁਆਰਾ ਕਮੇਟੀਆਂ ਤੋਂ ਲੈ ਕੇ ਸਿੱਖ ਕੌਮ ਦੇ ਸਰਬ ਉੱਚ ਇਤਿਹਾਸਕਾਰਾਂ, ਬੁੱਧੀਜੀਵੀਆਂ ਅਤੇ ਲਿਖਾਰੀਆਂ ਪਾਸ ਲਿਖਤ ਵਿੱਚ ਚੁੱਕਿਆ ਅਤੇ ਆਪਣੇ ਵੱਲੋਂ ਇੱਕ ਖਰੜਾ ਪੇਸ਼ ਵੀ ਕੀਤਾ। ਇਹ ਸਾਰੇ ਹੀ ਨਾਰਾਜ਼ ਹੋ ਗਏ। ਮੈਨੂੰ ਹੈਰਾਨੀ ਹੁੰਦੀ ਹੈ ਉਹਨਾਂ ਵਿਦੇਸ਼ੀ ਸਿੱਖਾਂ ਤੇ ਵੀ ਜਿਨ੍ਹਾਂ ਟੋਰਾਂਟੋ ਵਿੱਚ 400 ਸਾਲਾ ਮਨਾਉਣ ਹਿੱਤ ਸਮਾਗਮ ਵਿੱਚ ਪੰਥ ਦੇ ਸਰਬ ਉੱਚ ਇਤਿਹਾਸਕਾਰਾਂ, ਬੁੱਧੀਜੀਵੀਆਂ ਤੇ ਜਥੇਦਾਰਾਂ ਨੂੰ ਸੱਦ ਲਿਆ ਅਤੇ ਉੱਥੇ ਮੈਂ ਵੀ ਜਾ ਕੇ ਆਪਣਾ ਪੱਖ ਰੱਖਿਆ। ਇਸ ਤੇ ਸਹਿਮਤ ਹੋਣ ਤੋਂ ਬਾਅਦ ਵੀ ਕਿਸੇ ਧਿਰ ਨੇ ਵੀ ਕੁਝ ਵੀ ਮੰਨਿਆ ਨਹੀਂ। ਇਸ ਨੂੰ ਜਾਣ ਬੁੱਝ ਕੇ ਕੀਤਾ ਗਿਆ ਅਪਰਾਧ ਨਾ ਮੰਨਿਆ ਜਾਵੇ ਤਾਂ ਫਿਰ ਇਹ ਹੋਰ ਕੀ ਹੁੰਦਾ ਹੈ। ਜਿਹੜਾ ਇਕੱਲਾ ਮਨੁੱਖ ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ ਉਸ ਨੂੰ ਝੂਠ ਨੂੰ ਸੱਚ ਬਣਾ ਦੇਣ ਵਾਲੀ ਵਪਾਰਕ ਧਾਰਨਾ ਆਪਣੀ ਇੱਕਮੁੱਠ ਵਪਾਰਕ ਲਾਭ ਸਵਾਰਥ ਦੀ ਸੋਚ ਦੀ ਸ਼ਕਤੀ ਨਾਲ ਹਮੇਸ਼ਾ ਹੀ ਹਾਸ਼ੀਏ ਤੋਂ ਬਾਹਰ ਧੱਕ ਕੇ ਝੂਠ ਅਤੇ ਕੁਫਰ ਦੇ ਆਧਾਰ ਤੇ ਬਦਨਾਮ ਕਰ ਭੰਨਦੀਆਂ ਹਨ। ਇੰਜ ਹੀ ਕੀਤਾ ਗਿਆ ਹੈ। ਖਾਸ ਤਵੱਜੋ ਦੇ ਕੇ ਹੁਣ ਪੁਣ ਛਾਣ ਕਰਨ ਅਤੇ ਇਹਨਾਂ ਮਨਾਉਣ ਵਾਲੀਆਂ ਵਿਸ਼ਵ ਪੱਧਰ ਦੀਆਂ ਕਮੇਟੀਆਂ ਦੇ ਸਾਰੇ ਹੀ ਵਿਅਕਤੀਆਂ ਤੋਂ ਜਵਾਬ ਤਲਬੀ ਕਰਨ ਦੀ ਵਿਸ਼ੇਸ਼ ਅਤੇ ਅਹਿਮ ਲੋੜ ਹੈ। ਪੰਥ ਦੇ ਕਟਹਿਰੇ ਵਿੱਚ ਸਾਰੇ ਹੀ ਤਖਤ ਅਤੇ ਸ਼੍ਰੋਮਣੀ ਕਮੇਟੀਆਂ ਨੂੰ ਲਿਆ ਖੜਾ ਕੀਤੇ ਬਗੈਰ ਹੁਣ ਸੱਤਾ ਦੀ ਇਸ ਰਾਣੀ ਦਾ ਅੱਗਾ ਨਹੀਂ ਢਕਿਆ ਜਾ ਸਕਦਾ ਜੋ ਨਿਰਲੱਜਤਾ ਨਾਲ ਵੇਸਵਾ ਪੁਣੇ ਨੂੰ ਹੀ ਸੱਭਿਆਚਾਰ ਬਣਾ ਚੁੱਕੀ ਹੈ। ਹੁਣ ਇਹ ਸੱਜਰੀਆਂ ਹੀ ਲੰਘੀਆਂ ਸ਼ਤਾਬਦੀਆਂ ਵਿੱਚੋਂ ਅਸੀਂ 300 ਸਾਲਾ ਖਾਲਸਾ ਸਾਜਨਾ ਦਿਵਸ ਮਨਾਇਆ। ਸਾਡੇ ਤਖਤਾਂ ਦੇ ਜਥੇਦਾਰਾਂ ਨੇ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਅਕਾਲੀ ਦਲਾਂ ਨੇ ਅਤੇ ਸਿੱਖ ਕੌਮ ਵਿੱਚ ਵਿਚਰ ਰਹੀਆਂ ਸਮੂਹ ਸਿੰਘ ਸਭਾਵਾਂ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਕਸਬਾ ਪੱਧਰ ਤੱਕ ਦੀਆਂ ਸੰਸਥਾਵਾਂ ਨੇ ਇੱਕਮਤ ਹੋ ਕੇ ਕੌਮ ਨੂੰ ਸ਼ੋਸ਼ਿਤ ਕਰਨ ਲਈ ਦਹਾੜ ਛੱਡੀ ਕਿ ਉਹ ਸਮੁੱਚੇ ਪੰਥ ਨੂੰ 300 ਸਾਲਾ ਸ਼ਤਾਬਦੀ ਦੇ ਮੌਕੇ ਤੇ ਅੰਮ੍ਰਿਤਧਾਰੀ ਬਣਾ ਦੇਣਗੇ। ਇਹ ਇੱਕ ਝੂਠੀ ਵਾਹ-ਵਾਹੀ ਲੈਣ ਵਾਲਾ ਅਜਿਹਾ ਦਮਗਜਾ ਸੀ ਜਿਸ ਦਾ ਆਧਾਰ ਸਿਵਾਏ ਪੰਥ ਦੇ ਜਜ਼ਬਾਤੀ ਸ਼ੋਸ਼ਣ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਸੀ।
ਇਸ ਦਾ ਨਿਸ਼ਾਨਾ ਬੜਾ ਸਪਸ਼ਟ ਸੀ ਕਿ ਹਰ ਸਿੱਖ ਘਰਾਣੇ ਤੋਂ ਇਸ ਧਾਰਮਿਕ ਫਰਜ਼ ਨੂੰ ਨਿਭਾਉਣ ਵਾਸਤੇ ਅਤੇ ਖਾਲਸੇ ਦੇ ਅਮਲੀ ਵਿਹਾਰਕ ਜੀਵਨ ਵਿੱਚੋਂ ਗੁਰਮਤ ਨੂੰ ਹਮੇਸ਼ਾ ਲਈ ਮਨਫੀ ਕਰਾ ਦੇਣ ਲਈ ਉਹਨਾਂ ਦੀ ਕਿਰਤ ਕਮਾਈ ਵਿੱਚੋਂ ਵੱਡੇ ਤੋਂ ਵੱਡਾ ਡਾਕਾ ਮਾਰਿਆ ਜਾਵੇ। ਪਰ ਸਿੱਖਾਂ ਨੂੰ ਇਹ ਬੁਰਾ ਵੀ ਨਾ ਲੱਗੇ ਤੇ ਸਮਝ ਵੀ ਨਾ ਪਵੇ। ਪੰਥ ਦੇ ਬਦੋਬਦੀ ਬਣਾਏ ਗਏ ਅਹਿਲਕਾਰਾਂ ਨੇ ਇਹ ਡਾਕਾ ਬੜੇ ਹੀ ਸੁਚੱਜੇ ਅਤੇ ਸਲੀਕੇਦਾਰ ਢੰਗ ਨਾਲ ਮਾਰ ਕੇ ਪੰਥ ਦਾ ਸ਼ੋਸ਼ਣ ਕਰਨ ਦੀ ਆਪਣੀ ਸਿਖਰ ਦੀ ਕਾਬਲੀਅਤ ਨੂੰ ਜ਼ਾਹਰ ਕਰ ਦਿੱਤਾ ਹੈ। ਇਹ ਸਪੋਕਸਮੈਨ ਅਖਬਾਰ ਵਰਗਾ ਇੱਕ ਅਜਿਹਾ ਕੰਮ ਸੀ ਜਿਸ ਵਿੱਚ ਸਮੁੱਚਾ ਸੰਤ ਸਮਾਜ ਅਤੇ ਡੇਰਾਵਾਦ ਵੱਧ ਚੜ ਕੇ ਸਹਾਈ ਬਣ ਕੇ ਆਪਣੀਆਂ ਜੇਬਾਂ ਭਰਦਾ ਰਿਹਾ ਹੈ। ਇੰਜ ਸਿੱਖ ਆਪਣੀ ਕਮਾਈ ਦੇ ਦਸਵੰਧ ਦੇ ਬਾਰ-ਬਾਰ ਸ਼ੋਸ਼ਣ ਰਾਹੀਂ ਉਕਤਾ ਕੇ ਧਰਮ ਕਾਰਜ ਹਿੱਤ ਕਿਸੇ ਸੱਚੇ ਕੰਮ ਨੂੰ ਵੀ ਪੈਸਾ ਦੇਣ ਤੋਂ ਮੁਕਰਾ ਦਿੱਤੇ ਜਾਣ, ਇਹ ਵੀ ਇੱਕ ਪ੍ਰਤੱਖ ਆਉਣ ਵਾਲਾ ਇਸ ਦਾ ਨਤੀਜਾ ਹੈ। ਕਿਸੇ ਵੀ ਸਿੱਖ ਬੁੱਧੀਜੀਵੀ ਨੇ, ਸੰਸਥਾ ਨੇ ਜਾਂ ਲੀਡਰ ਨੇ ਸਿੱਖ ਕੌਮ ਨੂੰ ਇਹ ਕਹਿਣ ਦੀ ਜੁਰਤ ਨਾ ਕੀਤੀ ਕਿ ਜਿਹੜਾ ਕੰਮ 239 ਸਾਲਾਂ ਵਿੱਚ, ਜਿਹੜਾ ਦਾਅਵਾ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜਾਗਤ ਜੋਤ ਜ਼ਾਹਰਾ ਗੁਰੂ ਪੀਰੀਅਡ ਵਿੱਚ ਕਿਸੇ ਵੀ ਗੁਰੂ ਸ਼ਖਸੀਅਤ ਨੇ ਨਹੀਂ ਕੀਤਾ ਅਤੇ ਨਾ ਹੀ ਕਰਨਾ ਉਚਿਤ ਸਮਝਿਆ, ਉਹ ਦਾਅਵਾ ਸਿੱਖਾਂ ਦੇ ਅਖੌਤੀ ਲੀਡਰਾਂ ਨੇ ਗੱਜ ਵੱਜ ਕੇ 1999 ਵਿੱਚ ਕੀਤਾ। ਜੇ ਮੇਰੇ ਵਰਗੇ ਕਿਸੇ ਕ੍ਰਾਂਤੀਕਾਰੀ ਲਿਖਾਰੀ ਲੀਡਰ ਨੇ ਇਸ ਨੂੰ ਸਿਧਾਂਤ, ਕਰਮ ਖੇਤਰ ਅਤੇ ਵਿਵਹਾਰਕ ਪੱਧਰ ਤੇ ਗਲਤ ਦੱਸਿਆ ਤਾਂ ਉਸ ਇੱਕ ਇਕੱਲੀ ਆਵਾਜ਼ ਨੂੰ ਲੁੱਟ ਖਸੁੱਟ ਕਰਨ ਦੀ ਹਨੇਰਗਰਦੀ ਵਿੱਚ ਸਾਰਿਆਂ ਨੇ ਰੋਲ ਕੇ ਰੱਖ ਦਿੱਤਾ। ਖਰਬਾਂ ਰੁਪਈਆ ਦੀ ਬਰਬਾਦੀ, 2 ਕਰੋੜ ਸਿੱਖ ਮਨੁੱਖੀ ਹੱਤਾਂ ਦੀ ਘੱਟੋ ਘੱਟ 5 ਦਿਨਾਂ ਦੀ ਦਿਹਾੜੀ ਅਤੇ ਮੁਕੰਮਲ ਤੌਰ ਤੇ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸ਼ੋਸ਼ਣ ਤੋਂ ਇਲਾਵਾ ਸਿੱਖ ਕੌਮ ਨੂੰ ਜਾਂ ਪੰਥ ਖਾਲਸੇ ਨੂੰ ਕੁੱਲ ਮਿਲਾ ਕੇ ਜੋ ਇਸ ਤੋਂ ਪ੍ਰਾਪਤੀ ਹੋਈ ਉਹ ਅੱਜ ਤੱਕ ਕਿਸੇ ਨੇ ਵੀ ਦੱਸਣ ਦੀ ਖੇਚਲ ਨਹੀਂ ਕੀਤੀ। ਗੱਲ ਸਪਸ਼ਟ ਹੈ, ਟੀਚਾ ਗੁਰੂ ਪੰਥ ਨੂੰ ਆਪਣੀ ਗੁਰਿਆਈ ਦੀ ਸ਼ਕਤੀ ਤੋਂ ਲਾਂਭੇ ਕਰਕੇ ਖਤਮ ਕਰ ਦੇਣ ਲਈ ਨਿੱਜਵਾਦੀ ਆਰਥਿਕ ਅਤੇ ਸ਼ੋਹਰਤ ਦੀ ਪ੍ਰਾਪਤੀ ਕਰਨਾ ਹੀ ਸੀ। ਉਹ ਲਾਭ ਮਿਲ ਗਿਆ, ਖੇਡ ਖਤਮ। 300 ਸਾਲਾ ਖਾਲਸੇ ਦੀ ਸ਼ਤਾਬਦੀ ਤੋਂ ਬਾਅਦ ਸਮੁੱਚੀ ਕੌਮ ਨੇ ਅੰਮ੍ਰਿਤਧਾਰੀ ਤਾਂ ਕੀ ਬਣਨਾ ਸੀ। ਪਹਿਲੀ ਵਾਰ ਇਸ ਤੋਂ ਬਾਅਦ ਅਕਾਲੀ ਦਲ ਦਾ ਪ੍ਰਧਾਨ ਵੀ ਬੇਅਮ੍ਰਿਤੀਆ ਚੁਣਿਆ ਗਿਆ। ਫੈਡਰੇਸ਼ਨਾਂ ਦੇ ਪ੍ਰਧਾਨ ਦਾੜੀ ਰੰਗਣ ਵਾਲੇ ਕੁਰਹਿਤੀਏ ਅਕਾਲ ਤਖਤ ਅਤੇ ਤਖਤਾਂ ਦੇ ਜਥੇਦਾਰਾਂ ਨਾਲ ਪੰਥਕ ਸਟੇਜਾਂ ਤੇ ਕੌਮ ਨੂੰ ਅੰਮ੍ਰਿਤਧਾਰੀ ਹੋਣ ਦੀਆਂ ਨਸੀਹਤਾਂ ਦਿੰਦੇ ਰਹੇ। ਰਵਾਇਤੀ ਅਕਾਲੀ ਦਲ ਵੱਲੋਂ ਨੌਜਵਾਨ ਸਿੱਖਾਂ ਨੂੰ ਰਾਹੇ ਪਾਉਣ ਦੇ ਨਾਂ ਤੇ ਪੋਤਰੇ ਨੂੰ ਲੀਡਰ ਬਣਾਉਣ ਲਈ ਖੜੀ ਕੀਤੀ ਗਈ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਵਰਗੀ ਜਥੇਬੰਦੀ ਵਿੱਚ ਕੋਈ ਵੀ ਇੱਕ ਸਾਬਤ ਸੂਰਤ ਅਹੁਦੇਦਾਰ ਵਰਤਮਾਨ ਤੱਕ ਅਕਾਲੀ ਅਕਾਵਾਂ ਨੂੰ ਨਹੀਂ ਲੱਭਾ ਹੈ। ਜੰਮਣ ਤੋਂ ਪਹਿਲਾਂ ਹੀ ਆਪਣੀ ਤੀਜੀ ਪੀੜ੍ਹੀ ਲਈ ਵਿਉਂਤਬੰਦੀਆਂ ਕਰਨ ਵਾਲੇ ਅਕਾਲੀਆਂ ਨੂੰ ਹੁਣ ਤੁਸੀਂ ਇਹ ਕਹਿ ਕੇ ਮੁਆਫ ਨਹੀਂ ਕਰ ਸਕਦੇ ਕਿ ਇਹ ਵਕਤ ਲੰਘਣ ਤੋਂ ਬਾਅਦ ਸੋਚਦੇ ਤੇ ਸਮਝਦੇ ਹਨ। ਇਸ ਕੰਮ ਵਿੱਚ ਸਿਰਫ ਰਵਾਇਤੀ ਕਹੇ ਜਾਂਦੇ ਅਕਾਲੀ ਹੀ ਨਹੀਂ ਸਗੋਂ ਅਕਾਲੀਆਂ ਦੇ ਸਾਰੇ ਹੀ ਧੜੇ ਤੇ ਖਾੜਕੂ ਅਕਾਲੀ ਵੀ ਸ਼ਾਮਲ ਹੋ ਗਏ। ਇਸ ਸਾਰੇ ਗੰਦ ਤੋਂ ਅਗਰ ਪਾਸੇ ਰਿਹਾ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ ਹੀ ਸੱਚਾ ਸੁੱਚਾ ਬਚਿਆ। ਪਰ ਸੱਚਾਈ ਕਿਸੇ ਨੂੰ ਵੀ ਪਸੰਦ ਨਹੀਂ, ਇਸ ਲਈ ਇਸ ਨੂੰ ਹਾਸ਼ੀਏ ਤੋਂ ਬਾਹਰ ਰੱਖਣ ਲਈ ਸਾਰੇ ਧੜੇ ਤੇ ਵਿਦੇਸ਼ੀ ਸਿੱਖ ਇਕਜੁੱਟ ਯਤਨਾਂ ਵਿੱਚ ਲੱਗ ਗਏ। ਇਹ ਇਹਨਾਂ ਵੱਲੋਂ ਆਪਣੇ ਪਾਲੇ ਬੁੱਧੀਜੀਵੀਆਂ ਰਾਹੀਂ ਆਪਣੀਆਂ ਚਾਲਬਾਜ਼ੀਆਂ ਅਤੇ ਗੱਦਾਰੀਆਂ ਨੂੰ ਛੁਪਾਉਣ ਦਾ ਇੱਕ ਤੈਅਸ਼ੁਦਾ ਵਿਭਚਾਰੀ ਦਾ ਅਧਾਰਮਿਕ ਅਮਲਾਂ ਵਿੱਚ ਆਚਰਣਕ ਹਥਿਆਰ ਨੰਗਾ ਚਿੱਟਾ ਹੋ ਚੁੱਕਾ ਹੈ। ਇਹ ਅਮਲ ਜੋ ਅਜਿਹੇ ਲੀਡਰਾਂ ਸਮੇਤ ਇਹਨਾਂ ਪ੍ਰਤੀ ਲਿਖਣ ਵਾਲਿਆਂ ਸਮੇਤ ਨਾ ਬਖਸ਼ਣਯੋਗ ਹੈ। ਕੁੱਲ ਮਿਲਾ ਕੇ ਪੰਥ ਨੂੰ ਪ੍ਰਾਪਤੀ ਇਹ ਹੋਈ ਹੈ ਕਿ ਧਾਰਮਿਕ ਤੌਰ ਤੇ ਸਿੱਖੀ ਵਿੱਚ ਨਿਘਾਰ 1999 ਤੋਂ ਬਾਅਦ ਵਧਿਆ ਹੈ, ਘਟਿਆ ਨਹੀਂ। ਪਰ ਇਸ ਸੱਚ ਦੇ ਪ੍ਰਤੱਖ ਹੋਣ ਤੇ ਵੀ ਸਿੱਖਾਂ ਵਿੱਚ ਨਿਰੰਕੁਸ਼ ਬਣ ਚੁੱਕੇ ਹਰ ਖੇਤਰ ਦੇ ਆਕਾਵਾਂ ਨੂੰ ਕੌਣ ਕਹੇ ਕਿ ਰਾਣੀ ਅੱਗਾ ਟੱਕ। ਸਿੱਖਾਂ ਵਿੱਚ ਹਾਲੇ ਤੱਕ ਇਹ ਅਮਲ ਆਰੰਭ ਹੀ ਨਹੀਂ ਹੋ ਪਾਇਆ ਕਿ ਉਹ ਕੌਮੀ ਪੱਧਰ ਤੇ ਆਰੰਭ ਕੀਤੇ ਗਏ ਹਰ ਇੱਕ ਪ੍ਰੋਜੈਕਟ ਦੀ ਮਿੱਥੀ ਗਈ ਮਿਆਦਾਂ ਅਤੇ ਕੰਮ ਖੇਤਰ ਤੇ ਏਜੰਡੇ ਦੇ ਹਿਸਾਬ ਨਾਲ ਨਫਾ ਨੁਕਸਾਨ ਜਾਂ ਪ੍ਰਾਪਤੀ ਦੀ ਪੁਣਛਾਣ ਵੀ ਕਰ ਲਿਆ ਕਰਨ। ਇਸ ਥੁੜ ਕਾਰਨ ਗੱਫੇ ਛਕਣ ਵਾਲਿਆਂ ਦੀ ਪੌਂ 12 ਹੀ ਰਹਿੰਦੀ ਹੈ। ਜਿੰਨਾ ਜ਼ਿਆਦਾ ਕੁਫਰ 300 ਸਾਲ ਗੁਰੂ ਦੇ ਨਾਲ ਦੇ ਨਾਅਰੇ ਨਾਲ ਸ਼੍ਰੀ ਹਜ਼ੂਰ ਸਾਹਿਬ ਤੋਂ ਪੂਰੇ ਦੇਸ਼ ਵਿੱਚ ਕੱਢੇ ਗਏ ਸਿੱਖੀ ਦੇ ਜਲੂਸ ਰਾਹੀਂ ਤੋਲਿਆ ਅਤੇ ਕਮਾਇਆ ਗਿਆ ਹੈ, ਇਸ ਤੋਂ ਪੁੱਜੇ ਨੁਕਸਾਨ ਦੀ ਪੂਰਤੀ ਅਸੰਭਵ ਹੈ। ਆਉਂਦੇ
300 ਸਾਲਾਂ ਵਿੱਚ ਨੁਕਸਾਨ ਦੀ ਪੂਰਤੀ ਤਾਂ ਸੰਭਵ ਹੋ ਸਕੇਗੀ ਜੇ ਕੌਮ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਅਤੇ ਰਾਜ ਦੇ ਲੜ ਲੱਗੇਗੀ। ਇਸ ਲਈ ਲੋੜੀਂਦਾ ਖਾਲਸਤਾਈ ਨਾਨਕਸ਼ਾਹੀ ਕਿਰਦਾਰ ਆਚਾਰ ਆਪਣੇ ਅੰਦਰ ਪੈਦਾ ਕਰੇਗੀ। ਇਸ ਜਾਗਰਤੀ ਮਾਰਚ ਦੀ ਹਨੇਰਗਰਦੀ ਦੀ ਲਹਿਰ ਵਿੱਚ ਸਿੱਖਾਂ ਨੇ ਆਪਣੀ ਸੋਚ, ਬੁੱਧੀ ਅਤੇ ਮਤ ਦਾ ਜਲੂਸ ਕੱਢ ਕੇ ਸਮੁੱਚੇ ਸੰਸਾਰ ਨੂੰ ਦਿਖਾ ਦਿੱਤਾ। ਸਭ ਧਿਰਾਂ ਜ਼ਬਾਨਾਂ ਅਤੇ ਕਲਮਾਂ ਆਪੋ ਆਪਣੀਆਂ ਜੇਬਾਂ ਭਰਨ ਲਈ ਦੜ ਵੱਟ ਗਈਆਂ। ਨਾ ਤਾਂ ਗੁਰੂ ਕਾਲੀਨ ਨਸਲ ਦੇ ਘੋੜੇ ਸਨ, ਨੀਲੇ ਦੀ ਸੰਤਾਨ ਤਾਂ ਬੜੀ ਦੂਰ ਦੀ ਗੱਲ ਰਹੀ, ਨਾ ਹੀ ਬਾਬਾ ਦੀਪ ਸਿੰਘ ਜਾਂ ਭਾਈ ਮਨੀ ਸਿੰਘ ਜੀ ਦੀ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਕੋਈ ਬੀੜ ਸਾਹਿਬ ਸੀ, ਅਤੇ ਨਾ ਹੀ ਉਹ ਬੇਢੱਬਾ ਜਿਹਾ ਸਟੀਲ ਦਾ ਤਥਾ ਕਥਿਤ ਤੀਰ ਹੀ 10ਵੇਂ ਪਾਤਸ਼ਾਹ ਦਾ ਤੀਰ ਸੀ। ਅਮਲੀ ਤੌਰ ਤੇ ਇਹ ਹਰ ਪੱਧਰ ਅਤੇ ਖੇਤਰ ਦੀ ਸਿੱਖ ਲੀਡਰਸ਼ਿਪ ਦੀ ਨਾ ਬਖਸ਼ਣਯੋਗ ਅਪਰਾਧਿਕਤਾ ਹੈ ਜੋ ਇਹ ਸਭ ਜਾਣਦੀ ਸੀ, ਪਰ ਫਿਰ ਵੀ ਉਸਨੇ ਆਪਣੇ ਨਿੱਜ ਸਵਾਰਥ ਦੀ ਪੂਰਤੀ ਲਈ ਅਤੇ ਕੌਮ ਨੂੰ ਫਾਲਤੂ ਦੇ ਕੰਮ ਵਿੱਚ ਉਲਝਾਈ ਰੱਖਣ ਲਈ ਅਤੇ ਦਿਮਾਗੋਂ ਸੁੰਨ ਕਰ ਦਿਸ਼ਾਹੀਨ ਅਤੇ ਦੁਵਿਧਾਧਾਰੀ ਬਣਾ ਦੇਣ ਲਈ ਮਿੱਥ ਕੇ ਇਹ ਅਪਰਾਧ ਕੀਤਾ ਹੈ। ਅੰਨੀ ਸ਼ਰਧਾ ਨੂੰ ਕਿਵੇਂ ਸਿਰ ਚੜਾ ਭੁਲਵਾਇਆ ਤੇ ਖੁਦ ਆਪਣੇ ਹੀ ਖਿਲਾਫ ਸ਼ਰਧਾਵਾਨ ਨੂੰ ਭੁਗਤਾਇਆ ਜਾਂਦਾ ਹੈ, ਇਹ ਇਸ ਦਾ ਸੱਜਰਾ ਉਦਾਹਰਣ ਹੈ। ਯਕੀਨ ਨਹੀਂ ਆਉਂਦਾ ਤਾਂ ਧਿਆਨ ਦਿਓ ਕਿ 10ਵੀਂ ਪਾਤਸ਼ਾਹੀ ਦੇ ਅਸਲ ਸ਼ਸਤਰ ਅਤੇ ਤੀਰ 1966 ਤੋਂ ਹੀ ਸਿੱਖ ਕੌਮ ਪਿੰਡ-ਪਿੰਡ ਵਿੱਚ ਦਰਸ਼ਨ ਕਰ ਚੁੱਕੀ ਹੈ ਅਤੇ ਨਿਤ ਤਖਤ ਸਾਹਿਬਾਨ ਤੇ ਦਰਸ਼ਨ ਕਰਵਾਏ ਜਾਂਦੇ ਹਨ। ਇਸ ਦੇ ਬਾਵਜੂਦ ਸਟੀਲ ਦੇ ਭਾਲੇ ਨੁਮਾ ਤੀਰ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਅਸਲ ਤੀਰ ਮਨਵਾਈ ਜਾਂਦੀ ਕੌਮੀ ਮਾਨਸਿਕਤਾ ਦੇ ਸੱਚੇ ਪਲਟਾਂ ਨੂੰ ਅਸੀਂ ਕੁਝ ਇੱਕ ਮੁੱਠੀ ਭਰ ਬੰਦੇ ਕਿਵੇਂ ਸੁਧਾਰ ਲਵਾਂਗੇ। ਸਾਨੂੰ ਹੁਣ ਆਪਣੀ ਏਕਤਾ ਦੀ ਸ਼ਕਤੀ ਇਸ ਮੁੱਠੀ ਦੀ ਇੱਕ ਮੁੱਠਤਾ ਨਾਲ ਹਵਾ ਵਿੱਚ ਨਿਸ਼ਾਨੇ ਦੀ ਪ੍ਰਾਪਤੀ ਦੇ ਖਾਲਿਸਤਾਨੀ ਐਲਾਨ ਨਾਲ ਲਹਿਰਾ ਕੇ ਦ੍ਰਿੜਤਾ ਨਾਲ ਸੱਤਾ ਦੀ ਕਾਇਮੀ ਵਾਸਤੇ ਪ੍ਰਣਾਲੀ ਅਤੇ ਪ੍ਰਬੰਧ ਦੀ ਮੁਕੰਮਲ ਤਬਦੀਲੀ ਕਰ ਦੇਣ ਵਾਲੀ ਸ਼ਕਤੀ ਦੀ ਬਹਾਲੀ ਲਈ ਲਹਿਰਾਨੀ ਹੀ ਪਵੇਗੀ। ਹੁਣੇ ਜਿਹੜੀ ਸ਼ਤਾਬਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਦਿਵਸ ਦੀ 300 ਸਾਲਾਂ ਦੇ ਰੂਪ ਵਿੱਚ ਮਨਾਈ ਹੈ, ਇਹੋ ਸ਼ਤਾਬਦੀ ਵਿਸ਼ਵ ਵਿਆਪੀ ਸਿੱਖ ਜਗਤ 4 ਸਾਲ ਪਹਿਲਾਂ ਸੰਨ 2004 ਵਿੱਚ 400 ਸਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੇ ਤੌਰ ਤੇ ਮਨਾ ਚੁੱਕਾ ਹੈ। ਮੈਂ ਸਮੁੱਚੇ ਸਿੱਖ ਜਗਤ ਨੂੰ ਫਿਰ ਬੇਨਤੀ ਕਰਦਾ ਹਾਂ ਕਿ ਜਰਾ ਠਰੰਮੇ ਨਾਲ ਵਿਚਾਰ ਕਰੋ। 1708 ਵਿੱਚ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੋਥੀ ਨੂੰ ਗੁਰਗੱਦੀ ਪੰਥ ਦੇ ਨਾਲ ਸਾਂਝੀ ਦਿੱਤੀ, ਉਦੋਂ ਪੋਥੀ ਨੇ ਗੁਰੂ ਦਾ ਅਸਥਾਨ ਗ੍ਰਹਿਣ ਕੀਤਾ ਅਤੇ ਪੋਥੀ ਗੁਰੂ ਗ੍ਰੰਥ ਸਾਹਿਬ ਜੀ ਬਣ ਸਥਾਪਿਤ ਹੋ ਗਿਆ। ਇਸ ਤੋਂ ਪਹਿਲਾਂ ਉਹ ਗੁਰੂ ਨਹੀਂ ਸੀ। ਇੰਜ ਜਿਸ ਦਿਨ ਤੋਂ ਉਹ ਗੁਰੂ ਕਹਾਇਆ, ਉਸੇ ਦਿਨ ਤੋਂ ਉਸ ਦਾ ਪਹਿਲਾ ਪ੍ਰਕਾਸ਼ ਅਤੇ ਗੁਰਤਾ ਗੱਦੀ ਬਤੌਰ ਗੁਰੂ 10 ਪਾਤਸ਼ਾਹੀ ਤੋਂ ਬਾਅਦ ਸਥਾਪਿਤ ਹੋਈ। ਇੰਜ ਇਹ 300 ਸਾਲਾ ਸ਼ਤਾਬਦੀ ਇਕੱਲੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਹੈ, ਇਹ ਗੁਰੂ ਪੰਥ ਸਾਹਿਬ ਜੀ ਦੀ ਵੀ ਹੈ ਅਤੇ ਗੁਰਿਆਈ ਦੇ ਸਾਂਝੇ ਸਿਧਾਂਤ ਦੀ ਸਥਾਪਨਾ ਨਾਲ ਹੈ। ਇਹੋ ਸਾਂਝੀ ਗੁਰਿਆਈ ਦੀ ਜੋਤ ਜੁਗਤ ਦੀ ਸਥਾਪਨਾ ਦਾ ਸਿਧਾਂਤ 1708 ਤੋਂ ਗੁਰੂ ਪਾਤਸ਼ਾਹੀਆਂ ਦੀ ਜਗ੍ਹਾ ਲੈਂਦਾ ਹੈ। ਨਹੀਂ ਤਾਂ ਇੱਕ ਵੱਲੜੇ ਤੌਰ ਤੇ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵਿਸਾਖੀ ਵਾਲੇ ਦਿਨ ਹੀ ਪੰਥ ਨੂੰ ਗੁਰਿਆਈ ਸੌਂਪ ਦਿੱਤੀ ਸੀ। ਇਹ ਸਰੀਰਕ ਗੁਰਿਆਈ ਦੇ ਜਾਮੇ ਦੀ ਤਬਦੀਲੀ ਦਾ ਦਿਨ ਸੀ, ਪਰ ਸਤਿਗੁਰੂ ਜੀ ਵੀ ਆਪ ਖੁਦ ਖਾਲਸੇ ਦਾ ਹੁਕਮ ਮੰਨਣੇ ਸਨ। 1708 ਨੂੰ ਇਹ ਅਧਿਕਾਰਤ ਤੌਰ ਤੇ ਪੰਥ ਨੂੰ ਦੇ ਦਿੱਤੀ ਗਈ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 267 ਤੱਕ ਹੀ ਪੜ੍ਹਾਂਗੇ। ਹੋਈਆਂ ਭੁੱਲਾਂ ਚੁੱਕਾਂ ਲਈ ਮੈਂ ਹੱਥ ਜੋੜ ਕੇ ਮੁਆਫੀ ਮੰਗਦੀ ਹਾਂ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।